सतनाम श्री वाहिगुरु साहिब जीओ। श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तिह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा जगत जोत जगमगत जोत। नित अबमत चित देता। सूल हरि मंगल करी। जय जय कृपान केता। जगत जोत जगमगत जोत। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। अमृत के दाते पंथ दे वाली साहिब कमाल श्री गुरु गोबिंद सिंह साहब जी महाराज। धन धन श्री गुरु ग्रंथ साहिब जी महाराज। सतगुरु जी दी साजी निवाजी गुरु रूप गुरु प्यारी साध संगत जीओ। आप जी संध्या के समय तो गुरु चरणों में हाजरियां भर के गुरु महाराज जी दी खुशियां प्राप्त कर रहे हो। सतगुरां दी तुरकी बाणी दे जाप होए हैं। आप संगतां ने गुरबाणी पढ़ सुन के लाहा प्राप्त किया है। गुरु साहब जी ने पावन पवित्र हुक्मनामे बख्श के संगतां नूं सफला सकारथा निहाल किया है। उस तो उपरंत श्री गुरु नानक देव महाराज जी की जो इतिहास की कथा आप पढ़ सुन रहे हाँ, हुण उस कथा का समा होया है। जिस तरह गुरु साहब जी हरिद्वार गंगा के किनारे ते जिथे कुंभ का मेला लगा होया सी, बहुत लोग इकट्ठे होए सन, उत्थे गए। उत्थे जिन्ने भी वर्णा दे जो भी भेखां दे आए हुए सी सारे द्विज ब्राह्मण खत्तरी शूद वैस सब जातां दे इन्हां नूं सतगुरु जी ने महान पावन पवित्र उपदेश बख्शिया।
ਜਿਹੜੇ ਕੋਈ ਬਾਹਰਲੀ ਨੀਚਾਂ ਤੋਂ ਨਫ਼ਰਤ ਜੀ ਕਰਨੀ ਹੈ, ਉਸ ਪਾਸੇ ਵੱਲੋਂ ਹਟਾ ਕੇ ਵੀ ਜਿਹੜੇ ਤੁਹਾਡੇ ਅੰਦਰ ਨੀਚ ਬੈਠੇ ਹੋਏ ਹੈ, ਨੀਚ ਚੰਡਾਲਣੀਆਂ, ਨੀਚ ਜਾਤੀਆਂ, ਔਗਣ, ਉਹਨਾਂ ਨੂੰ ਤੁਸੀਂ ਨਿਵਰਤ ਕਰੋ। ਇਹ ਜਦੋਂ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਮਨ ਦੀ ਚੰਗੀ ਤਰ੍ਹਾਂ ਜਾਣ ਲਈ ਕਿ ਆਹ ਜਿਹੜੇ ਸੋਚ ਸੰਜਮ ਕਰਨੀ ਕਾਰਾਂ, ਇਹ ਤੁਸੀਂ ਸ਼ੁਭ ਗੁਣਾਂ ਦੀਆਂ ਕਾਰਾਂ ਕੱਢੋਗੇ ਤੇ ਤੁਹਾਡਾ ਮਨ ਰੂਪੀ ਚੌਂਕਾ, ਹਿਰਦਾ ਰੂਪ ਚੌਂਕਾ ਜਿਹੜਾ ਪਵਿੱਤਰ ਹੋ ਜਾਏਗਾ। ਫਿਰ ਕਿਸੇ ਤਰ੍ਹਾਂ ਵੀ ਉਹ ਖਰਾਬ ਨਹੀਂ ਹੋਏਗਾ, ਪਿੱਟਿਆ ਨਹੀਂ ਜਾਏਗਾ। ਗੁਰੂ ਸਾਹਿਬ ਜੀ ਨੇ ਇਹਨਾਂ ਦੇ ਅੰਦਰ ਦੀ ਜਾਣ ਕੇ ਦੱਸਿਆ ਸੀ, ਜਿਸ ਕਰਕੇ ਬੜੇ ਅਸਚਰਜ ਹੋਏ ਵੀ ਬਿਲਕੁਲ ਠੀਕ ਹੈ। ਫਿਰ ਇਹ ਮਹਾਰਾਜ ਜੀ ਦੇ ਆਚਰਣੀ ਪਏ ਵੀ ਮਹਾਰਾਜ ਮਾਫ਼ ਕਰੋ ਸਾਨੂੰ, ਆਪ ਜੀ ਸਾਡੇ ਗੁਰੂ ਹੋ ਕੇ ਸਾਨੂੰ ਉਪਦੇਸ਼ ਬਖਸ਼ੋ। ਆਪ ਪਰਮੇਸ਼ਰ ਰੂਪ ਤੁਹਾਡਾ ਅਸੀਂ ਨਾਮ ਜਪਾਂਗੇ। ਗੁਰੂ ਸਾਹਿਬ ਜੀ ਇਹਨਾਂ ਨੂੰ ਦੀਨ ਮਾਣੇ ਦੇ ਕੇ ਤੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਬਖਸ਼ਿਆ। ਨਾਲ ਇਹ ਕਹਿ ਦਿੱਤਾ ਵੀ ਔਗੁਣਾਂ ਨੂੰ ਛੱਡ ਕੇ ਤੇ ਜੋ ਤੁਹਾਡੇ ਕੋਲ ਜਿੰਨੀ ਵੀ ਮਾਇਆ ਪੈਸਾ ਹੈ ਉਹ ਪਰਮੇਸ਼ਰ ਦੇ ਨਿਮਿਤ ਸੰਤਾਂ, ਸਾਧੂਆਂ, ਗਰੀਬ ਗੁਰਬੇ ਵਿੱਚ ਲੁਟਾ ਦਿਓ, ਵੰਡ ਦਿਓ। ਤਾਂ ਕਰਕੇ ਤੁਹਾਡਾ ਜਿਹੜਾ ਹੈ ਜਨਮ ਸਫਲਾ ਹੋ ਜਾਏਗਾ, ਸਕਾਰਥਾ ਹੋ ਜਾਏਗਾ। ਇਹਨਾਂ ਨੇ ਸੁਣ ਕੇ ਉਸੇ ਤਰ੍ਹਾਂ ਕੀਤਾ ਸੀ, ਸਾਰਾ ਹੀ ਆਪਣਾ ਪੈਸਾ ਲੁਟਾ ਦਿੱਤਾ ਪਰਮੇਸ਼ਰ ਦੇ ਨਿਮਿਤ। ਤੇ ਜਿੰਨਾ ਚਿਰ ਜੀਵਨ ਰਿਹਾ ਸਤਿਨਾਮ ਵਾਹਿਗੁਰੂ ਦਾ ਜਾਪ ਜਪਦੇ ਰਹੇ, ਅੰਤ ਨੂੰ ਚੰਗੀ ਗਤੀ ਜਿਹੜੀ ਹੈ ਹਾਲਤ ਮੁਕਤੀ ਦੀ ਅਵਸਥਾ ਪਾਈ ਇਹਨਾਂ ਨੇ। ਰਾਤ ਹੋ ਆਈ, ਗੁਰੂ ਸਾਹਿਬ ਜੀ ਜਿਸ ਥਾਂ 'ਤੇ ਬਿਰਾਜਮਾਨ ਸਨ ਉੱਥੇ ਜੋ ਗੰਗਾ ਮਾਈ ਹੈ, ਜਿਸ ਨੇ ਇਸ ਨਦੀ ਦੇ ਕਿਨਾਰੇ ਬੈਠ ਕੇ ਤਪ ਕੀਤਾ ਸੀ ਤੇ ਨਾਮ ਗੰਗਾ ਹੋਇਆ, ਉਹ ਗੰਗਾ ਮਾਈ ਜੋ ਅਮਰ ਅਬਨਾਸੀ ਸੀ, ਉਹ ਸੂਖਮ ਸਰੀਰ ਧਾਰ ਕੇ ਮਹਾਰਾਜ ਦੇ ਚਰਨਾਂ ਪਾਸ ਆਈ, ਹੱਥ ਜੋੜ ਕੇ ਖੜੀ ਹੋਈ ਹੈ। ਜਦੋਂ ਆਈ ਹੈ, ਇੱਕ ਥਾਲ ਸੋਨੇ ਦੇ ਮੋਤੀਆਂ ਨਾਲ ਭਰਿਆ ਲਿਆਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਰੱਖੀ ਹੈ। ਮੱਥਾ ਟੇਕ ਕੇ ਕਹਿਣ ਲੱਗੇ ਵੀ ਹੇ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ, ਮੇਰੇ ਗੰਗਾ ਵਿੱਚ ਬਹੁਤ ਪਾਪੀ ਲੋਕ ਆ ਕੇ ਇਸ਼ਨਾਨ ਕਰਦੇ ਆ, ਜਿਸ ਕਰਕੇ ਮੈਂ ਪਾਪਾਂ ਨਾਲ ਭਰ ਗਈ ਹਾਂ। ਕਲਯੁਗ ਦਾ ਸਮਾਂ ਬੜਾ ਕਠਿਨ ਭਿਆਨਕ ਹੈ, ਬੜੇ ਪਾਪ ਲੋਕ ਕਰਦੇ ਆ। ਇੱਥੇ ਮੇਰੇ ਵਿੱਚ ਆ ਕੇ ਇਸ਼ਨਾਨ ਕਰ ਲੈਂਦੇ, ਜਿਸ ਕਰਕੇ ਮੈਂ ਵੀ ਪਾਪਾਂ ਨਾਲ ਭਰੀ ਪਈ ਹਾਂ। ਆਪ ਜੀ ਐਸਾ ਕੋਈ ਉਪਰਾਲਾ ਕਰੋ ਜਿਹਦੇ ਨਾਲ ਮੈਨੂੰ ਸदैव ਸਦਾ ਹੀ ਸੁਖ ਰਹੇ। ਗੁਰੂ ਸਾਹਿਬ ਜੀ ਨੇ ਇਹਦੀ ਬੇਨਤੀ ਸੁਣ ਕੇ ਕਿਹਾ ਵੀ ਜਿਹੜੇ ਹੈ ਗੰਗਾ ਸੰਤ ਹੈ ਨਾ ਪਿਆਰੇ ਪਰਮੇਸ਼ਰ ਦੇ ਭਗਤ ਜਨ ਸਿਮਰਨ ਵਾਲੇ, ਤੂੰ ਉਹਨਾਂ ਦੇ ਚਰਨਾਂ ਦਾ ਧਿਆਨ ਕਰਿਆ ਕਰ। ਜਿਸ ਕਰਕੇ ਤੂੰ ਚਰਨਾਂ ਦਾ ਧਿਆਨ ਕਰੇਂਗੀ ਤੇ ਉਹ ਤੇਰੇ ਪਾਸ ਆਉਣਗੇ, ਤੇਰੇ ਵਿੱਚ ਆਪਣੇ ਚਰਨ ਪਾਉਣਗੇ, ਤੇਰੇ ਸਾਰੇ ਪਾਪ ਨਿਵਰਤ ਹੋ ਜਾਣਗੇ। ਐਸੀ ਸੰਤਾਂ ਦੀ ਚਰਨਾਂ ਦੀ ਧੂੜੀ ਹੈ। ਜੇ ਤੂੰ ਕਹੇ ਵੀ ਸੰਤ ਕੈਸੇ ਹੁੰਦੇ, ਤੇ ਅਸੀਂ ਦੱਸਦੇ ਹਾਂ ਜਿਹੜੇ ਹਰ ਵੇਲੇ ਸਿਮਰਨ ਕਰਦੇ ਆ, ਖੁਸ਼ੀ ਗਮੀ ਵਿੱਚ ਇੱਕ ਸਮਾਨ ਰਹਿੰਦੇ ਆ, ਹਮੇਸ਼ਾ ਪਰਉਪਕਾਰੀ ਹੈ, ਜਿਨ੍ਹਾਂ ਦੇ ਹਿਰਦੇ ਬੜੇ ਕੋਮਲ ਹੈ। ਕਿਸੇ ਦਾ ਦੁੱਖ ਵੇਖ ਕੇ ਪਰਾਏ ਦਾ ਆਪ ਦੁਖੀ ਹੋ ਜਾਂਦੇ ਆ, ਕਿਸੇ ਨੂੰ ਸੁਖੀ ਦੇਖ ਕੇ ਤੇ ਆਪ ਸੁਖੀ ਖੁਸ਼ ਹੁੰਦੇ ਆ। ਉਹ ਸੰਤ ਐਸੇ, ਉਹ ਜੋ ਸੰਤ ਤੇਰੇ ਵਿੱਚ ਚਰਨ ਪਾਉਣ ਤੇ ਤੂੰ ਪਾਪਾਂ ਤੋਂ ਰਹਿਤ ਹੋ ਸਕਦੀ। ਇਹ ਸੁਣ ਕੇ ਜਦੋਂ ਮਹਾਰਾਜ ਨੇ ਇਹ ਬਚਨ ਕਹੇ, ਗੰਗਾ ਮਾਈ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਹੱਥ ਛੁਹਾਏ। ਹੱਥ ਛੁਹਾਉਂਦਿਆਂ ਹੀ ਉਸੇ ਵੇਲੇ ਬੜੀ ਨਿਰਮਲ ਉਜਲ ਹੋ ਗਈ।
ਜਿਵੇਂ ਕੱਪੜਾ ਮੈਲਾ ਸਾਬਣ ਨਾਲ ਚਿੱਟਾ ਹੋ ਜਾਂਦਾ ਹੈ, ਇਸੇ ਤਰ੍ਹਾਂ ਪਾਪਾਂ ਤੋਂ ਰਹਿਤ ਹੋ ਗਈ। ਫਿਰ ਭੇਟਾ ਜਿਹੜੀ ਆਪਣੀ ਲਿਆਂਦੀ ਸੀ ਥਾਲ ਵਿੱਚ ਮੋਤੀ ਹੀਰੇ, ਉਹ ਰੱਖਦਿਆਂ ਕਹਿਣ ਲੱਗੇ ਵੀ ਮਹਾਰਾਜਾ ਭੇਟਾ ਮੇਰੀ ਲੈ ਲਓ, ਆਪ ਦੀਨਾਂ ਦੇ ਨਾਥ ਹੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਤੇਰੀ ਲਿਆਂਦੀ ਹੋਈ ਭੇਟਾ ਮਾਇਆ ਸਾਡੇ ਕਿਸੇ ਕੰਮ ਨਹੀਂ ਹੈ। ਤੂੰ ਇਸ ਭੇਟਾ ਨੂੰ ਪਰਮੇਸ਼ਰ ਦੇ ਨਿਮਿਤ ਭੰਡਾਰਾ ਕਰਕੇ ਲਾ ਦੇ ਤਾਂ ਜੋ ਤੇਰੀ ਸਫਲੀ ਹੋ ਜਾਏ। ਫਿਰ ਇਹ ਬੇਨਤੀ ਕਰਕੇ ਕਹਿਣ ਲੱਗੇ ਵੀ ਮਹਾਰਾਜ ਮੈਂ ਪਰਮੇਸ਼ਰ ਦੇ ਨਿਮਿਤ ਭੋਜਨ ਕਰਦੀ ਹਾਂ, ਕਿਰਪਾ ਕਰਕੇ ਆਪ ਜ਼ਰੂਰ ਛਕਣ ਆਉਣਾ। ਗੁਰੂ ਸਾਹਿਬ ਜੀ ਕਹਿੰਦੇ ਵੀ ਠੀਕ ਹੈ। ਇਸ ਤਰ੍ਹਾਂ ਕਹਿ ਕੇ ਗੁਪਤ ਹੋ ਗਈ। ਫਿਰ ਇਸ ਨੇ ਗੰਗਾ ਮਾਈ ਨੇ ਜਿਹੜਾ ਸਾਰੇ 33 ਕਰੋੜ ਦੇਵਤਿਆਂ ਨੂੰ ਭੰਡਾਰੇ 'ਤੇ ਸੱਦਿਆ, ਜਿਸ ਕਰਕੇ ਬ੍ਰਹਮਾ, ਨਾਰਦ ਮੁਨੀ ਜੀ, शिव जी आदि कुबेर इंद्र सारे आए हैं। सारे देवतिया ने आपो अपनी सेवा संभाल ली। भंडारे विच जो तैयारी करनी सी, गुरु नानक साहब जी ने निमरता के घर में आके कि जोड़ा भी भंडारा छके चरण धो के जाए, चरण धोन की सेवा लै ली। जदों ये भंडारा सारा संपूर्ण हो गया, फिर गंगा माता गुरु महाराज जी चरणों में आई तो मत्था टेकिया। महाराज जी की आग्ञा लैके नदी विच उस तरह समा गई, जिस तरह कहते बर्फ की ढेली नूं गर्मी लगे, धुप लगे तो उस तरह ढल के पानी रूप हो जाती, में पानी रूप हो गई। जेड़े सारे लोग जिन्ना भंडारा छकिया इन्ना तगड़ा, वो हैरान हो गए है भी भंडारा किने कीता है, किसी का नाम तो लिया नहीं गया। कि जदों आ चूड़ा करते हैं छक के भंडारा तो नाम लेंदे है, इन्ना तगड़ा भंडारा कौन कर सकता है, कोई जान नहीं सके। गुरु साहब जी उत्थे गंगा के किनारे कुछ दिन रुक करके परमेश्वर की प्रेमा भगती सब नूं दृढ़ाई। पखंड जिहड़े कोई झूठियां माला लैके फड़ के बैठे रहिंदे सी, उन्हां नूं सीधे राह पाया। तो प्रसंग विच ये भी जना दिता कि जिन्ने देवी देवते हैं गुरु साहब जी उन्हां दे पूजनीक हन। सारे देवी देवतियां ने आन के मत्थे टेके सन महाराज जी नूं भी कलयुग के समय में जीवां दे उद्धार वास्ते ते पापां नूं नाश करन वास्ते परमेश्वर ने अवतार धारिया। मत्थे टेक टेक के अपने पूरियां नूं वापस गए सन। इस तरह जिहड़ी गंगा माता जिन्हों पवित्र मन्निया गया है, वो भी गुरु महाराज जी के चरणों में ही आन के उसने मत्था टेकिया। तो गुरु महाराज जी ने संतां दी चरणों की जिहड़ी धूड़ी की महिमा जनाई है। इस तरह साध संगत जी आपां जिहड़ा जिवें गुरु साहब जी हरिद्वार गए वो प्रसंग सरवण कीता सी। अज जिवें अगे महाराज जी अगे जिहड़े महान महान तीर्थ है सनातन मत दे, उत्थे उत्थे जिवें गए, जिथे जिथे बहुता इकट्ठ हुंदा सी, उपदेश दे के जिवें सिद्धे राह पाया, वो प्रसंग अज आ रहे हैं। जिवें भी कथा विचार आउंदी है, आओ आपां सरवण करिए। सरवण करन तो पहलां गुरु साहब जी के चरणों विच लवाओ हाजरियां, उचारण करो जी सतनाम श्री वाहे गुरु साहिब जी। सतनाम श्री वाहे गुरु साहिब जी। सतनाम श्री वाहे गुरु साहिब जी। दोहरा जगत जोत जगमगत जोत। कविता की दाती शक्ति का मंगल कवि साहब जी करते हैं कि जो कविता की दाती शक्ति है, जिस दे जोत जग रही है, तो जिस दे अंदर जोत बहुत प्रकाश वाली जग रही है, जगमगत बहुत ही चमकारे
ਪ੍ਰਕਾਸ਼ ਦੇ ਸਹਿਤ ਨਿਤ ਅਬਮਤ ਚਿਤ ਦੇਤਾ। ਜੋ ਵੀ ਕੋਈ ਉਸ ਪਾਸੋਂ ਚਿੱਤ ਵਿੱਚ ਚਾਹੀ ਹੋਈ ਮੰਗੀ ਹੋਈ ਕਾਮਨਾ ਮੰਗਦਾ ਹੈ, ਚਾਹੁੰਦਾ ਹੈ, ਉਹੀ ਉਸ ਨੂੰ ਹਮੇਸ਼ਾ ਦੇ ਦਿੰਦੀ ਹੈ, ਬਖਸ਼ ਦਿੰਦੀ ਹੈ। ਸੂਲ ਹਰੀ ਮੰਗਲ ਕਰੀ। ਦੁੱਖਾਂ ਪੀੜਾਂ ਨੂੰ ਨਾਸ ਕਰਨ ਵਾਲੀ ਹੈ ਤੇ ਖੁਸ਼ੀਆਂ ਨੂੰ ਕਰਨ ਵਾਲੀ ਹੈ। ਜੈ ਜੈ ਕਿਰਪਾ ਨਿਕੇਤਾ। ਐਸੀ ਕਵਿਤਾ ਦੀ ਜੋ ਦਾਤੀ ਸ਼ਕਤੀ ਕਿਰਪਾ ਦਾ ਘਰ ਹੈ। ਇਹ ਕਿਰਪਾ ਦੀ ਘਰ ਸ਼ਕਤੀ ਕਵਿਤਾ ਦੀ ਦਾਤੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ। ਇਸੇ ਤਰ੍ਹਾਂ ਪਰਮੇਸ਼ਰ ਦੀ ਚੇਤਨ ਸੱਤਾ ਦਾ ਮੰਗਲ ਹੈ ਵੀ ਜੋ ਹਿਰਦੇ ਜੋ ਸ਼ੁੱਧ ਹਿਰਦਾ ਹੈ, ਉਜਲ ਹਿਰਦਾ ਹੈ, ਸ਼ੁੱਧ ਹਿਰਦੇ ਵਿੱਚ ਜੋ ਜਗਮਗਤ ਜੋਤ ਗਿਆਨ ਦੇ ਪ੍ਰਕਾਸ਼ ਦੇ ਸਹਿਤ ਹੈ, ਉੱਥੇ ਉਸ ਪਰਮੇਸ਼ਰ ਦੀ ਸੱਤਾ ਦੀ ਜੋਤ ਜਗ ਜਾਂਦੀ ਹੈ। ਨਿਤ ਅਬਮਤ ਚਿਤ ਦੇਤਾ। ਤੇ ਜੋ ਵੀ ਪੁਰਸ਼ ਫਿਰ ਚਿੱਤ ਵਿੱਚ ਜਿਹਦੇ ਜੋਤ ਜਗ ਜਾਂਦੀ ਹੈ, ਚਿੱਤ ਵਿੱਚ ਅਬਮਤ ਕਹੀਏ ਚਾਹੀ ਹੋਈ ਮੰਗੀ ਹੋਈ ਕਾਮਨਾ ਮੰਗਦਾ ਹੈ, ਉਹੀ ਉਸ ਨੂੰ ਬਖਸ਼ ਦਿੰਦੀ ਹੈ, ਪੂਰੀ ਕਰ ਦਿੰਦੀ ਹੈ ਪਰਮੇਸ਼ਰ ਦੀ ਚੇਤਨ ਸੱਤਾ। ਸੂਲ ਹਰੀ ਮੰਗਲ ਕਰੀ। ਤਿੰਨ ਤਰ੍ਹਾਂ ਦੇ ਜਿਹੜੇ ਦੁੱਖ ਹੈ, ਆਦਿ ਵਿਆਧੀ ਉਪਾਧੀ, ਮਨ ਦੇ ਬਾਣੀ ਦੇ ਸਰੀਰ ਦੇ ਜਿਹੜੇ ਰੋਗ ਹੈ, ਰੋਗ ਦੁੱਖ ਹੈ, ਇਹ ਤਿੰਨ ਤਰ੍ਹਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੀ ਹੈ। ਇਸੇ ਤਰ੍ਹਾਂ ਜਿਹੜਾ ਸੂਲ ਕਹੀਏ ਹੰਕਾਰ ਹੈ, ਬੜਾ ਤਕੜਾ ਰੋਗ, ਇਸ ਨੂੰ ਨਾਸ ਕਰਨ ਵਾਲੀ ਹੈ। ਮੰਗਲ ਖੁਸ਼ੀਆਂ ਕਰਨ ਵਾਲੀ ਹੈ ਚੇਤਨ ਸੱਤਾ। ਜੈ ਜੈ ਕਿਰਪਾ ਨਿਕੇਤਾ। ਐਸੀ ਜੋ ਪਰਮੇਸ਼ਰ ਦੀ ਚੇਤਨ ਸੱਤਾ ਕਿਰਪਾ ਦਾ ਘਰ ਹੈ, ਤੇਰੀ ਜੈ ਹੋਵੇ, ਤੇਰੀ ਜੈ ਹੋਵੇ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਫੇਰੂ ਸੁਤ ਸੁਣੀਏ ਕਥਾ। ਭਾਈ ਬਾਲਾ ਜੀ ਕਹਿੰਦੇ ਹੈ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਾਬਾ ਫੇਰੂ ਜੀ ਦੇ ਸੁਪੁੱਤਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਅੱਗੋਂ ਕਥਾ ਸੁਣੀਏ ਜੀ। ਵੇਖੀ ਜਥਾ ਮੈਂ ਕਥ ਹਾਂ ਤਥਾ। ਜਿਸ ਤਰ੍ਹਾਂ ਮੈਂ ਸਤਿਗੁਰਾਂ ਨਾਲ ਰਹਿ ਕੇ ਉਹ ਸਾਰੀ ਕਥਾ ਅੱਖੀਂ ਦੇਖੀ ਹੈ, ਉਸੇ ਤਰ੍ਹਾਂ ਹੀ ਮਹਾਰਾਜ ਮੈਂ ਆਪਣੀ ਰਸਨਾ ਤੋਂ ਕਥਨ ਕਰਦਾ ਕਹਿੰਦਾ ਹਾਂ। ਆਗੈ ਗਮਨਾ ਕੀਨ ਗੁਣ ਖਾਨੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੀ ਖਾਨ ਨੇ ਹਰਿਦੁਆਰ ਕੁੰਭ ਦੇ ਮੇਲੇ ਵਿੱਚ ਸਭ ਨੂੰ ਉਪਦੇਸ਼ ਦੇ ਕੇ ਗਿਆਨ ਦਾ ਤੇ ਹਰਿਦੁਆਰ ਤੋਂ ਚੱਲਣਾ ਕੀਤਾ ਅੱਗੇ ਨੂੰ। ਨਰਨ ਉਦਾਹਰਨ ਜਿਨ ਮਨ ਬਾਣੀ। ਜਿਨ੍ਹਾਂ ਸਤਿਗੁਰਾਂ ਨੇ ਮਨ ਬਾਣੀ ਸਰੀਰ ਕਰਕੇ ਪ੍ਰਤੱਗਿਆ ਪ੍ਰਾਣੀ ਕੀਤਾ ਹੈ ਵੀ ਪੁਰਸ਼ਾਂ ਦਾ ਉਧਾਰ ਹੀ ਕਰਨਾ ਹੈ, ਉਹ ਦੂਸਰਾ ਕੋਈ ਨਹੀਂ ਜਿਹੜਾ ਜੁੰਮਾ ਲਿਆ ਹੈ। ਬਸ ਕਲਯੁਗ ਦੇ ਭੁੱਲੇ ਭਟਕੇ ਜੀਵਾਂ ਦਾ ਉਧਾਰ ਹੀ ਕਰਨਾ ਹੈ ਮਨ ਬਾਣੀ ਸਰੀਰ ਕਰਕੇ। ਭੁਜੰਗ ਛੰਦ ਚੱਲੇ ਜਾਤ ਮੋਹ ਸੰਗ ਬੋਲੇ ਕਿਰਪਾਲਾ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਚੱਲਿਆਂ ਜਾਂਦੇ ਮੇਰੇ ਨਾਲ ਬੋਲੇ ਐ। ਅਬੈ ਦੇਖੀਐ ਕਾਨ ਕੀ ਬ੍ਰਿਜਸ਼ਾਲਾ। ਭਾਈ ਬਾਲਾ ਹੁਣ ਜਿਹੜੀ ਹੈ ਕ੍ਰਿਸ਼ਨ ਭਗਵਾਨ ਦੀ ਬ੍ਰਿਜਸ਼ਾਲਾ ਹੈ, ਬ੍ਰਿਜ ਭੂਮੀ ਸਥਾਨ ਹੈ, ਜੋ ਮਥੁਰਾ ਤੋਂ ਆਸ-ਪਾਸ 84 ਕੋਹ ਦਾ ਇਲਾਕਾ ਹੈ, ਉਸ ਸਥਾਨ ਨੂੰ ਦੇਖੀਏ ਜਾ ਕੇ। ਜਹਾਂ ਆਵਤਾਰੰ ਧਰਿਓ ਕੰਸ ਨਾਸੂ। ਕੰਸ ਨੂੰ ਨਾਸ ਕਰਨ ਵਾਲੇ ਕ੍ਰਿਸ਼ਨ ਜੀ ਨੇ ਜਿਸ ਬ੍ਰਿਜ ਭੂਮੀ ਵਿੱਚ ਅਵਤਾਰ ਧਾਰਿਆ ਹੈ। ਕੀਓ ਹੈ ਕਲੋਲੰ ਜਸ਼ੋਦਾ ਵਾਸੂ। ਯਸ਼ੋਦਾ ਮਾਤਾ ਦੇ ਘਰ ਵਿੱਚ ਰਹਿ ਕਰਕੇ ਬਾਲਕ ਰੂਪ ਵਿੱਚ ਹੋ ਕੇ ਬੜੇ ਕਲੋਲ ਕੀਤੇ, ਬੜੀਆਂ ਲੀਲਾਂ ਕੀਤੀਆਂ, ਬੜੇ ਚੋਜ ਕੀਤੇ ਹੈ। ਜਬ ਐਸੇ ਕ੍ਰਿਸ਼ਨ ਭਗਵਾਨ ਦੀ ਬ੍ਰਿਜ ਭੂਮੀ ਦੇਖੀਏ। ਸਵਈਆ
ਰਵ ਕੀ ਤਨਿਆ ਜਹ ਸੁੰਦਰ ਰਾਜਤ। ਇਹ ਭਾਈ ਬਾਲਾ, ਜਿੱਥੇ ਸੂਚ ਦੀ ਉੱਤਰੀ ਭਾਵ ਜਮਨਾ ਬੜੀ ਸੁੰਦਰ ਬਰਾਜ ਰਹੀ ਹੈ, ਸਜ ਰਹੀ, ਵਗ ਰਹੀ ਹੈ। ਖੇਲਤ ਸ਼ਾਮ ਮਹਾ ਸੁਖ ਪਾਇਓ। ਜਿਸ ਜਮਨਾ ਦੇ ਕਿਨਾਰੇ ਸ਼ਾਮ ਕ੍ਰਿਸ਼ਨ ਜੀ ਨੇ ਖੇਲਦਿਆਂ ਹੋਇਆਂ ਮਹਾਨ ਬਹੁਤਾ ਹੀ ਸੁਖ ਪਾਇਆ ਹੈ। ਜਮਨਾ ਕੇ ਕੂਲ ਖੇਲਿਓ ਜਿਨ, ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗੇਂਦ ਜੀਓ। ਗਿਰ ਪੈ ਚੜ ਤੇਨ ਚਰਾਵਨ ਕੀਨਾ। ਤੇ ਜੋ ਉੱਥੇ ਬ੍ਰਿਜ ਭੂਮੀ ਜਮਨਾ ਦੇ ਕਿਨਾਰੇ ਤੇ ਗੋਵਰਧਨ ਨਾਮੇ ਪਹਾੜ ਉੱਪਰ ਚੜ ਕੇ ਤੇ ਗਊਆਂ ਨੂੰ ਚਰਾਉਣਾ ਕੀਤਾ ਹੈ। ਧਰਾ ਬਹੁ ਭਾਰ ਕੋ ਜਾਹੇ ਮਿਟਾਇਓ। ਜਿਸ ਕ੍ਰਿਸ਼ਨ ਨੇ ਦੈਂਤਾਂ ਦੀ ਕੁਲਾਂ ਦਾ ਨਾਸ ਕਰ ਕਰਕੇ ਧਰਤੀ ਦਾ ਬਹੁਤਾ ਭਾਰ ਮਿਟਾਇਆ ਸੀ। ਕੁਲ ਦੈਤਨਾ ਕੇ ਸਭ ਨਾਸ ਕਰੇ। ਜਿਨ੍ਹਾਂ ਦੈਂਤਾਂ ਦੇ ਕੁਲ ਸਨ ਸਭ ਨਾਸ ਕੀਤੇ ਸੀ ਕ੍ਰਿਸ਼ਨ ਜੀ ਨੇ। ਮਿਲ ਗਵਾਰਨਾ ਸੰਗ ਮੈਂ ਖੇਲ ਮਚਾਇਓ। ਤੇ ਗਵਾਲਿਆਂ ਨਾਲ ਮਿਲ ਜੁਲ ਕੇ ਬਾਲਕ ਰੂਪ ਵਿੱਚ ਹੋ ਕੇ ਖੇਲ ਮਚਾਇਆ, ਖੇਲ ਕੀਤਾ ਸੀ। ਹਮ ਸੋ ਇਹ ਬੈਨ ਕਹੇ ਜਬ ਲੋ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਤੱਕ ਸਾਨੂੰ ਮਹਾਰਾਜ ਇਸ ਤਰ੍ਹਾਂ ਦੇ ਬਚਨ ਕਹਿ ਹੀ ਰਹੇ ਸਨ, ਤਬ ਲੋ ਬ੍ਰਿਜ ਭੂਮ ਸਮੀਪ ਦਿਸਾਇਓ। ਤਦੋਂ ਤੱਕ ਜਿਹੜੀ ਬ੍ਰਿਜ ਭੂਮੀ ਹੈ, ਮਥੁਰਾ ਦੇ ਪਾਸ ਦਾ ਇਲਾਕਾ ਹੈ, ਇਹ ਬ੍ਰਿਜ ਭੂਮੀ, ਉਹ ਸਥਾਨ ਨੇੜੇ ਦਿਸਣ ਲੱਗ ਪਿਆ। ਗਿਰ ਏਕ ਬਿਲੋਕ ਕੈ ਬੈਠ ਗਏ। ਇੱਕ ਜੋ ਪਹਾੜ ਗੋਵਰਧਨ ਨਾਮੇ ਪਹਾੜ ਸੀ, ਉਸ ਨੂੰ ਦੇਖ ਕੇ ਸਤਿਗੁਰੂ ਨਾਨਕ ਸਾਹਿਬ ਜੀ ਪਹਾੜ ਦੇ ਹੇਠਾਂ ਬੈਠ ਗਏ। ਤਬ ਬੈਨ ਪਨੇ ਗੁਰ ਸੋ ਮਰਦਾਨਾ। ਬੈਠਦਿਆਂ ਹੀ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਬਚਨ ਕਹੇ। ਜਮਨਾ ਤਟ ਕੂਟ ਪਰਿਓ ਕਿਹ ਭਾਂਤ ਸੋ। ਗੁਰੂ ਮਹਾਰਾਜ ਜੀ, ਆ ਜਮਨਾ ਦੇ ਕਿਨਾਰੇ ਜੋ ਬਹੁਤ ਤਗੜਾ ਪਹਾੜ ਹੈ, ਕਿਸ ਤਰ੍ਹਾਂ ਪਿਆ ਹੋਇਆ ਹੈ। ਦੂਸਰ ਨਾਹੇ ਸਮੀਪ ਦਿਸਾਨਾ। ਇੰਨਾ ਤਗੜਾ ਪਹਾੜ ਦੂਸਰਾ ਦੇ ਕੋਈ ਇਹ ਜਮਨਾ ਦੇ ਕਿਨਾਰੇ ਦੇ ਨੇੜੇ ਤੇੜੇ ਦਿਸ ਨਹੀਂ ਰਿਹਾ। ਔਰ ਮੇਰੇ ਸੰਦੇਹ ਭਇਓ ਅਤਸੈ। ਇਸ ਉੱਚੇ ਪਹਾੜ ਨੂੰ ਦੇਖ ਕੇ ਮੇਰੇ ਹਿਰਦੇ ਵਿੱਚ ਤੇ ਬਹੁਤ ਸੰਸਾ ਹੋ ਗਿਆ ਹੈ ਜੀ। ਸੁਨ ਸ੍ਰੀ ਗੁਰ ਨਾਨਕ ਬੈਨ ਬਖਾਨਾ। ਸੁਣ ਕਰਕੇ ਭਾਈ ਮਰਦਾਨੇ ਤੋਂ ਸਤਿਗੁਰੂ ਜੀ ਨੇ ਬਚਨ ਕਿਹਾ। ਜਬ ਰਾਮ ਬੰਧਾਇਓ ਹੈ ਸਾਗਰ ਸੇਤ। ਭਾਈ ਮਰਦਾਨਾ ਜੀ, ਜਦੋਂ ਆ ਤ੍ਰੇਤੇ ਵਿੱਚ ਰਾਮਚੰਦਰ ਜੀ ਨੇ ਸਮੁੰਦਰ ਦੇ ਉੱਪਰ ਰਾਮੇਸ਼ਵਰ ਨਾਮੇ ਪੁਲ ਬਣਾਇਆ ਸੀ, ਬੰਨਿਆ ਸੀ। ਬਰਾ ਤਬ ਕੋ ਗਿਰਹਿ ਇਹ ਥਾਨਾ। ਉਹ ਤਦੋਂ ਦਾ ਹੀ ਇਹ ਜਿਹੜਾ ਪਹਾੜ ਹੈ ਇਸੇ ਥਾਂ ਤੇ ਪਿਆ ਹੋਇਆ ਹੈ। ਸਭ ਹੀ ਬਿਰਤਾਂਤ ਕਹੋ ਇਹ ਕੋ। ਭਾਈ ਮਰਦਾਨਾ ਬੋਲਿਆ, ਕਹਿਣ ਲੱਗਾ, ਮਹਾਰਾਜ ਇਸ ਪਹਾੜ ਦਾ ਮੈਨੂੰ ਸਾਰਾ ਹੀ ਬਿਰਤਾਂਤ ਪ੍ਰਸੰਗ ਕਹੋ ਜੀ, ਵੀ ਕਿਵੇਂ ਇੱਥੇ ਪਿਆ ਹੋਇਆ ਹੈ ਪਹਾੜ। ਪ੍ਰਭ ਬੈਨ ਭਨੇ ਸੁਨੀਏ ਮਰਦਾਨਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਾ ਸਾਡਾ ਬਚਨ ਸੁਣੀਏ। ਜਬ ਸਾਗਰ ਸੇਤ ਸੰਪੂਰਨ ਭਾ। ਜਦੋਂ ਰਾਮਚੰਦਰ ਜੀ ਦੇ ਸਮੇਂ ਸਮੁੰਦਰ ਦੇ ਉੱਪਰ ਰਾਮੇਸ਼ਵਰ ਨਾਮੇ ਪੁਲ ਸੰਪੂਰਨ ਹੋ ਗਿਆ ਸੀ। ਰਘਬੀਰ ਤਬੈ ਇਹ ਭਾਂਤ ਬਖਾਨਾ। ਰਾਘਵਾਂ ਦੀ ਕੁਲ ਦੇ ਸੂਰਬੀਰ ਰਾਮਚੰਦਰ ਜੀ ਨੇ ਇਸ ਤਰ੍ਹਾਂ ਬਚਨ ਕਿਹਾ ਉਸ ਵੇਲੇ। ਗਿਰ ਗਿਰ ਨਾ ਆਨਹ ਔਰ ਅਬੈ। ਇਹ ਕਿਹਾ ਸਭ ਆਪਣੀ ਸੈਨਾ ਨੂੰ, ਜਿੰਨੀ ਬਾਂਦਰ ਸੈਨਾ ਸੀ, ਵੀ ਆ ਤੁਸੀਂ ਹੋਰ ਨਾ ਜਿਹੜੇ ਪਹਾੜ ਹੈ ਪੁੱਟ ਪੁੱਟ ਕੇ ਲੈ ਆਓ, ਲੈ ਕੇ ਆਓ। ਹੁਣ ਕੋਈ ਪਹਾੜ ਨਾ ਲਿਆਓ, ਜਿੱਥੋਂ ਹੀ ਪਹਾੜ ਲਿਆ ਰਹੇ ਹੋ ਉੱਥੇ ਹੀ ਇਹਨਾਂ ਨੂੰ ਸੋਟਾਓ, ਰੱਖ ਆਓ। ਤਿਹ ਕਾਲ ਬਿਖਾ ਇਹ ਠਾਂ ਹਨੂਮਾਨਾ। ਜਦੋਂ ਰਾਮਚੰਦਰ ਜੀ ਨੇ ਕਿਹਾ ਵੀ ਹੁਣ ਪਹਾੜ ਨਾ ਪੁੱਟ ਕੇ ਲਿਆਓ, ਨਾ ਇੱਥੇ ਹੁਣ ਨਹੀਂ ਇੱਥੇ ਜ਼ਰੂਰਤ ਹੈ, ਪੁਲ ਤਿਆਰ ਹੋ ਗਿਆ ਹੈ, ਜਿੱਥੋਂ ਲਿਆਂਦੇ ਉੱਥੇ ਸੁੱਟ ਕੇ ਆਓ।
ਉਸ ਸਮੇਂ ਜਿਹੜਾ ਇਹ ਪਹਾੜ ਇਸ ਥਾਂ ਤੇ ਹਨੂਮਾਨ ਛਿਤ ਪੈ ਧਰ ਬੈਸ ਰਹਾ ਗਿਰ ਕੋ। ਧਰਤੀ ਉੱਪਰ ਰੱਖ ਕੇ ਤੇ ਹਨੂਮਾਨ ਇਸ ਪਹਾੜ ਨੂੰ ਰੱਖ ਕਰਕੇ ਇੱਥੇ ਬੈਠ ਰਿਹਾ ਸੀ। ਰਘੁਬੀਰ ਕੇ ਤੀਰ ਨਾ ਕੀਨ ਪਿਆਨਾ। ਮਰਦਾਨਿਆ ਇਸ ਤਰ੍ਹਾਂ ਹਨੂਮਾਨ ਨੇ ਪਹਾੜ ਰੱਖ ਕੇ ਬੈਠ ਗਿਆ ਤੇ ਰਾਮਚੰਦਰ ਦੇ ਕੋਲ ਜਾਣਾ ਨਾ ਕੀਤਾ ਵਾਪਸ। ਆਏ ਸਪਾਏ ਤਜੇ ਗਿਰ ਬਾਂਦਰ। ਇੱਧਰ ਵੀ ਰਾਮਚੰਦਰ ਜੀ ਦੀ ਆਗਿਆ ਵੀ ਹੁਣ ਜ਼ਰੂਰਤ ਨਹੀਂ ਹੈ ਪਹਾੜਾਂ ਦੀ ਪੱਥਰਾਂ ਦੀ। ਆਗਿਆ ਪਾ ਕੇ ਜਿੰਨੇ ਬਾਂਦਰ ਸਨ ਉਹਨਾਂ ਨੇ ਪਹਾੜ ਛੱਡ ਦਿੱਤੇ ਸੀ, ਸੁੱਟ ਦਿੱਤੇ ਸੀ। ਰਾਮ ਕੇ ਤੀਰ ਗਏ ਸਭ ਧਾਈ। ਤੇ ਉਹ ਜਿੰਨੇ ਹੀ ਸੇਵਕ ਬਾਂਦਰ ਸਨ ਰਾਮਚੰਦਰ ਜੀ ਦੇ ਕੋਲ ਸਾਰੇ ਬੜੀ ਛੇਤੀ ਦੌੜ ਕੇ ਚਲੇ ਗਏ ਸਨ ਵਾਪਸ। ਸ੍ਰੀ ਰਘੁਬੀਰ ਬਿਲੋਕ ਕਹਾ। ਉਸ ਵੇਲੇ ਜੋ ਰਾਘਵਾਂ ਦੇ ਕੁਲ ਦੇ ਸੂਰਬੀਰ ਰਾਮਚੰਦਰ ਜੀ ਹੈ ਉਹ ਵੇਖ ਕੇ ਇਸ ਤਰ੍ਹਾਂ ਕਹਿਣ ਲੱਗੇ, ਹਨੂਮਾਨ ਬਲੀ ਨਹ ਦੇਤ ਦਿਖਾਈ। ਨਾਲ ਦੇ ਸਾਥੀਆਂ ਨੂੰ ਪੁੱਛਿਆ ਵੀ ਜੋ ਹਨੂਮਾਨ ਹੈ ਸਾਡਾ ਬਲੀ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ। ਯੋ ਸੁਨ ਕੇ ਤਿਹ ਸੰਗ ਹਤੋ ਜੋ। ਇਉਂ ਸੁਣ ਕੇ ਜੋ ਹਨੂਮਾਨ ਜੀ ਦੇ ਨਾਲ ਉਹਨਾਂ ਦਾ ਸਾਥੀ ਹੈ ਸੀ ਪਹਾੜ ਚੁੱਕੀ ਲਿਆ ਰਿਹਾ ਜੋ। ਸਭੈ ਕਹਿ ਕੇ ਤਬ ਗਾਥ ਸੁਨਾਈ। ਉਸ ਨੇ ਸਾਰੀ ਜਿਹੜੀ ਹੈ ਕਥਾ ਗੱਲਬਾਤ ਕਹਿ ਕੇ ਸੁਣਾਈ ਹੈ ਵੀ ਐਵੇਂ ਹਨੂਮਾਨ ਤੇ ਉੱਥੇ ਬੈਠਾ ਹੈ ਪਹਾੜ ਰੱਖ ਕੇ। ਰਾਮ ਕਹਿ ਤਹ ਜਾਹੋ ਅਬੈ। ਰਾਮਚੰਦਰ ਜੀ ਜਿਹੜੇ ਹੈ ਕਹਿਣ ਲੱਗੇ ਵੀ ਹੁਣ ਤੁਸੀਂ ਇੱਕ ਜਾਣਾ ਉੱਥੇ ਚਲੇ ਜਾਓ। ਇੱਕ ਬਾਂਦਰ ਆਨਹ ਬੇਗ ਬੁਲਾਈ। ਇੱਕ ਬਾਂਦਰ ਜਿਹੜਾ ਬੜਾ ਛੇਤੀ ਜਾ ਕੇ ਤੇ ਹਨੂਮਾਨ ਨੂੰ ਛੇਤੀ ਬੁਲਾ ਕੇ ਵੀ ਇੱਥੇ ਲੈ ਆਓ। ਤਾਏ ਗਇਓ ਹਨੂਮਾਨ ਸਮੀਪ। ਰਾਮਚੰਦਰ ਜੀ ਦੀ ਆਗਿਆ ਬਣ ਕੇ ਉਹ ਬਾਂਦਰ ਬੜੀ ਛੇਤੀ ਦੌੜ ਕੇ ਹਨੂਮਾਨ ਦੇ ਕੋਲ ਚਲਾ ਗਿਆ ਸੀ। ਚਲੋ ਰਘੁਬੀਰ ਨਾ ਬੇਗ ਬੁਲਾਵਾ। ਕਿਹਾ ਵੀ ਹਨੂਮਾਨ ਜੀ ਚੱਲੋ ਆਪ ਸਾਡੇ ਨਾਲ। ਆਪ ਜੀ ਨੂੰ ਰਾਮਚੰਦਰ ਭਗਵਾਨ ਨੇ ਬੁਲਾਇਆ ਹੈ ਵਾਪਸ। ਮੇਰੋ ਨਾ ਜਾਨ ਬਨੈ ਇਹ ਭਾਂਤ। ਉਸ ਵੇਲੇ ਮਰਦਾਨਿਆ ਹਨੂਮਾਨ ਕਹਿਣ ਲੱਗਾ ਵੀ ਆਪਣੇ ਸਾਥੀ ਬਾਂਦਰ ਨੂੰ ਵੀ ਇਸ ਤਰ੍ਹਾਂ ਤੇ ਮੇਰਾ ਤੇ ਨਹੀਂ ਜਾਣਾ ਬਣਦਾ ਹੈ ਛੱਡ ਕੇ। ਫਿਰ ਤੰਤ ਸਭਾ ਕਹਿ ਕਾ ਸਮਝਾਵਾ। ਸਾਰਾ ਜਿਹੜਾ ਪ੍ਰਸੰਗ ਸੀ ਉਸ ਸਮੇਂ ਦਾ ਕਹਿ ਕੇ ਸਮਝਾਇਆ ਸੀ ਉਸ ਬਾਂਦਰ ਨੂੰ। ਸੋ ਸੁਨ ਕੇ ਪੁਨ ਰਾਮ ਸਮੀਪ। ਉਹ ਜਿਹੜਾ ਆਇਆ ਸੀ ਨਾ ਉਹ ਸੁਣ ਕੇ ਤੇ ਰਾਮਚੰਦਰ ਜੀ ਪਾਸ ਚਲਾ ਗਿਆ। ਗਇਓ ਸਭ ਹੀ ਸੋ ਪ੍ਰਸੰਗ ਸੁਨਾਵਾ। ਚਲਾ ਗਿਆ ਵਾਪਸ ਤੇ ਸਾਰਾ ਜਿਹੜਾ ਪ੍ਰਸੰਗ ਹੈ ਜੋ ਹਨੂਮਾਨ ਨੇ ਕਿਹਾ ਹੈ ਉਹ ਰਾਮਚੰਦਰ ਜੀ ਨੂੰ ਸੁਣਾਇਆ ਦੱਸਿਆ। ਆਵਤ ਹੈ ਨਾ ਪਰ ਭੰਜਨ ਨੰਦਨਾ। ਕਹਿਣ ਲੱਗਾ ਵੀ ਰਾਮਚੰਦਰ ਜੀ ਜੋ ਪੌਣ ਦਾ ਪੁੱਤਰ ਹੈ ਉਹ ਤੇ ਕਿਸੇ ਤਰ੍ਹਾਂ ਨਹੀਂ ਆ ਰਿਹਾ ਹੈ, ਕਿਉਂਕਿ ਜਦੋਂ ਭਗਵਾਨ ਨੇ ਮੋਹਣੀ ਅਵਤਾਰ ਧਾਰਨ ਕੀਤਾ ਸੀ ਤੇ ਉਸ ਵੇਲੇ ਸ਼ਿਵਾ ਜੀ ਦੇ ਬਾਰ-ਬਾਰ ਪੁੱਛਣੇ ਕਰਕੇ ਵੀ ਕੈਸਾ ਤੁਸੀਂ ਰੂਪ ਧਾਰਨ ਕੀਤਾ ਸੀ, ਉਹ ਨਾ ਦਿਖਾਉਣੇ ਕਰਕੇ ਜਦੋਂ ਬਹੁਤੀ ਜਿੱਦ ਕੀਤੀ ਤਾਂ ਉਸ ਵੇਲੇ ਮੋਹਣੀ ਰੂਪ ਅਵਤਾਰ ਧਾਰਨ ਕਰ ਲਿਆ, ਜਿਸ ਕਰਕੇ ਉਹ ਪਿੱਪਲ ਤੇ ਚੜਿਆ ਹੋਇਆ ਸੀ ਸ਼ਿਵ ਜੀ ਤੇ ਉਹਦੇ ਕੋਲ ਰਿਹਾ ਨਾ ਗਿਆ ਤੇ ਉਹਦਾ ਬਿੰਦ ਜਿਹੜਾ ਪਤਨ ਹੋ ਗਿਆ। ਫਿਰ ਉਹ ਜਿਹੜਾ ਬਿੰਦ ਪਤਨ ਹੋਇਆ ਸੀ ਉਹ ਨਾਰਦ ਜੀ ਨੇ ਪੱਤੇ ਦੇ ਉੱਪਰ ਪਿੱਪਲ ਦੇ ਪੱਤੇ ਉੱਤੇ ਰੱਖ ਲਿਆ ਸੀ ਤੇ ਜਿਹੜੀ ਅੰਜਨੀ ਹੈ ਗੋਦਾਵਰੀ ਦੇ ਕਿਨਾਰੇ ਤੇ ਉਹ ਤਪ ਕਰ ਰਹੀ ਸੀ ਤੇ ਨਾਰਦ ਜੀ ਆ ਕੇ ਕਹਿਣ ਲੱਗੇ ਵੀ ਅੰਜਨੀ ਤੂੰ ਕਿਸੇ ਕੋ ਗੁਰਮੰਤਰ ਵੀ ਲਿਆ ਕਿ ਜਾਂ ਨਿਗੁਰੀ ਜਪ ਰਹੀ ਹੈ, ਜੇ ਨਹੀਂ ਲਿਆ ਤੇ ਆਪਣਾ ਇੱਥੇ ਕੰਨ ਕਰ ਤੈਨੂੰ ਮੰਤਰ ਦਿਆਂ। ਉਸ ਵੇਲੇ ਫੂਕ ਮਾਰ ਕੇ ਉਹ ਬਿੰਦ ਜਿਹੜਾ ਕੰਨ ਵਿੱਚ ਘੱਲ ਦਿੱਤਾ ਸੀ ਤੇ ਉਹ ਅੰਜਨੀ ਦੇ ਫਿਰ ਜਿਹੜੇ ਕੁੱਖ ਤੋਂ ਹਨੂਮਾਨ ਪੈਦਾ ਹੋਇਆ ਸੀ, ਜਿਸ ਕਰਕੇ ਪੌਣ ਦਾ ਪੁੱਤਰ ਨਾਮ ਪਿਆ ਹੈ ਜੋ ਜਨਮ ਹੋਣੇ ਕਰਕੇ ਅੰਜਨੀ ਦੇ ਪੇਟ ਤੋਂ। ਐਸਾ ਜੋ
ਭਾਵ ਪਾਉਣ ਦਾ ਪੁੱਤਰ ਹੈ ਰਾਮਚੰਦਰ ਜੀ, ਉਹ ਆ ਨਹੀਂ ਰਿਹਾ ਕਿਸੇ ਤਰ੍ਹਾਂ ਵੀ। ਮੋਹ ਸੰਗ ਐਸੇ ਹੀ ਬੈਨ ਲਾਵਾ, ਤੇ ਮੇਰੇ ਨਾਲ ਇਸ ਤਰ੍ਹਾਂ ਦਾ ਉਹਨਾਂ ਬਚਨ ਕਿਹਾ ਹੈ। ਯਾਹੇ ਪਹਾੜ ਉਪਾਰਨ ਮੈਂ ਜਬ, ਕਹਿ ਲੱਗਿਆ ਕਿਹਾ ਹੈ ਵੀ ਜਦੋਂ ਮੈਂ ਇਹ ਭਗਵਾਨ ਜੀ ਇਹ ਪਹਾੜ ਨੂੰ ਪੁੱਟਣ ਲੱਗਾ ਸੀ। ਲਾਗਿਓ ਤਬੈ ਇਵ ਬਾਣੀ ਅਲਾਈ, ਕਹਿੰਦੇ ਜਦੋਂ ਇਸ ਪਹਾੜ ਨੂੰ ਮੈਂ ਪੁੱਟਣ ਲੱਗਾ ਸੀ ਤੇ ਇਸ ਪਹਾੜ ਨੇ ਇਸ ਤਰ੍ਹਾਂ ਦਾ ਬਾਣੀ ਬਚਨ ਮੈਨੂੰ ਕਿਹਾ ਸੀ। ਮੋਹੇ ਉਚਾਵਹੁ ਨਾਹੇ ਅਬੈ, ਐ ਵੀ ਹਨੂਮਾਨ ਬਲੀ ਵੀਰ ਮੈਨੂੰ ਨਾ ਤੂੰ ਚੁੱਕ ਹੁਣ। ਜੇ ਉਚਾਵਹੁ ਤੋ ਸੁਣੀਏ ਮਨ ਲਾਈ, ਜੇ ਤੂੰ ਚੁੱਕਣਾ ਹੀ ਹੈ ਤੇ ਤੂੰ ਫਿਰ ਸੁਣ ਲਾ ਮਨ ਲਾ ਕੇ। ਸ੍ਰੀ ਰਘਬੀਰ ਜਹਾਂ ਪਦ ਪੰਕਜ, ਕਹਿੰਦੇ ਐ ਵੀ ਜਿੱਥੇ ਹੈ ਨਾ ਸ਼੍ਰੀ ਰਾਮਚੰਦਰ ਭਗਵਾਨ ਜੀ, ਉਹਨਾਂ ਦੇ ਜਿਹੜੇ ਚਰਨ ਕਮਲ ਹੈ, ਤਾਂ ਕੇ ਤਰੇ ਮੋਹੇ ਦੇਹੋ ਟਿਕਾਈ। ਇਹ ਹਨੂਮਾਨ ਜੇ ਤੂੰ ਚੁੱਕ ਕੇ ਲੈ ਕੇ ਜਾਣਾ ਤੇ ਮਨ ਵਿੱਚ ਗੱਲ ਪੱਕੀ ਕਰ ਲਾ ਵੀ ਮੈਨੂੰ ਜਿੱਥੇ ਸ਼੍ਰੀ ਰਾਮਚੰਦਰ ਭਗਵਾਨ ਹੋਣਗੇ ਉਹਨਾਂ ਦੇ ਚਰਨ ਕਮਲਾਂ ਹੇਠ ਮੈਨੂੰ ਟਿਕਾ ਦੇ, ਰੱਖ ਦੇ। ਆਨ ਸਥਾਨ ਵਿਖੈ ਜੇ ਧਰੋ, ਪਰ ਜੇ ਤੂੰ ਮੈਨੂੰ ਹੋਰ ਕਿਸੇ ਥਾਂ ਤੇ ਜਾ ਕੇ ਰੱਖਣਾ ਹੈ, ਤਿਹ ਥਾਨ ਤੇ ਨੀਕੇ ਰਹਾ ਇਹ ਥਾਈ। ਉਸ ਥਾਂ ਤੋਂ ਚੰਗਾ ਇਹ ਵੀ ਮੈਂ ਇਸੇ ਥਾਂ ਤੇ ਟਿਕਿਆ ਰਹਾ। ਸਾਹ ਪਹਾੜ ਕੇ ਸੰਗ ਕਰੀ, ਤੇ ਰਾਮਚੰਦਰ ਭਗਵਾਨ ਜੀ ਹਨੂਮਾਨ ਨੇ ਸੁਣਾ ਕੇ ਇਸ ਤਰ੍ਹਾਂ ਉਸ ਵੇਲੇ ਕਿਹਾ ਸੀ। ਪਹਾੜ ਦੇ ਨਾਲ ਸਹੁੰ ਨੇ ਕਰ ਲਈ ਵੀ ਠੀਕ ਹੈ ਜਿਵੇਂ ਕਹਿੰਦਾ ਹੈ। ਰਘਬੀਰ ਖਰੇ ਜਹ ਸਾਰੰਗ ਪਾਣੀ, ਤੇ ਜਿੱਥੇ ਆ ਧਨਕ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਰਾਮਚੰਦਰ ਜੀ ਖੜੇ ਹੋਣਗੇ, ਤਾਂ ਪਦ ਪੰਕਜ ਸੁੰਦਰ ਨੀਚੇ ਮੈਂ, ਉਹਨਾਂ ਦੇ ਨੀਚੇ ਤੇ ਉਹਨਾਂ ਦੇ ਚਰਨ ਕਮਲਾਂ ਦੇ ਹੇਠਾਂ ਮੈਂ ਦਿਓ ਟਿਕਾਏ ਭਲੇ ਮਨ ਬਾਣੀ। ਮੈਂ ਮਨ ਬਾਣੀ ਸਰੀਰ ਕਰਕੇ ਤੈਨੂੰ ਚੰਗੀ ਤਰ੍ਹਾਂ ਕਹਿਣਾ ਸਹੁੰ ਖਾ ਕੇ ਵੀ ਤੈਨੂੰ ਮੈਂ ਭਗਵਾਨ ਦੇ ਚਰਨਾਂ ਦੇ ਹੇਠਾਂ ਟਿਕਾ ਦਿਆਂਗਾ। ਗੋਵਰਧਨ ਪਹਾੜ ਯੋਂ ਕਹਿ ਕੇ ਕਰ ਲੀਨ ਉਚਾਏ, ਇਉਂ ਕਹਿ ਕੇ ਤੇ ਆਪਣੇ ਹੱਥਾਂ ਵਿੱਚ ਹਨੂਮਾਨ ਨੇ ਪਹਾੜ ਨੂੰ ਚੁੱਕ ਲਿਆ ਸੀ। ਚੱਲਿਓ ਮਗ ਤੂਰਨ ਜੋ ਬਲਖਾਨੀ, ਤੇ ਜਦੋਂ ਬਲ ਦੀ ਖਾਨ ਹਨੂਮਾਨ ਰਸਤੇ ਵਿੱਚ ਚੱਲਿਆ ਆ ਰਿਹਾ ਸੀ, ਸੇਤ ਸਪੂਰਨ ਹੋਏ ਗਇਓ ਤਬ, ਰਾਮਚੰਦਰ ਭਗਵਾਨ ਜੀ ਉਸ ਵੇਲੇ ਇਹ ਜਿਹੜਾ ਸਮੁੰਦਰ ਦੇ ਉੱਪਰ ਪੁਲ ਰਮੇਸ਼ਵਰ ਤੁਸੀਂ ਬਣਾ ਰਹੇ ਸੀ, ਇਹ ਪੂਰਨ ਹੋ ਗਿਆ ਸੀ। ਆਪ ਨ ਆਇਸ ਯੋਂ ਫਰਮਾਨੀ, ਤੇ ਆਪ ਨੇ ਆਗਿਆ ਇਉਂ ਫਰਮਾ ਦਿੱਤੀ ਉਸ ਵੇਲੇ ਜੋ ਜਿਹ ਥਾਨ ਵਿਖੈ ਗਿਰ ਲਿਆਵਤ, ਕਿ ਜੋ ਵੀ ਜਿਸ ਥਾਂ ਤੋਂ ਹੀ ਪਹਾੜ ਚੁੱਕ ਕੇ ਲਿਆ ਰਿਹਾ ਇੱਧਰ, ਸੋ ਤਿਹ ਥਾਨ ਮੈਂ ਦੇਹੋ ਟਿਕਾਈ। ਉਹ ਉਸੇ ਥਾਂ ਤੇ ਜਾ ਕੇ ਪਹਾੜ ਨੂੰ ਟਿਕਾ ਦੇ, ਰੱਖ ਦੇਵੇ ਜਿੱਥੋਂ ਲਿਆ ਰਿਹਾ ਹੈ ਕੋਈ। ਆਇਸ ਰਾਵਰ ਕੀ ਸੁਨ ਕੈ, ਤੇ ਆਪ ਜੀ ਦੀ ਆਗਿਆ ਸੁਣ ਕੇ ਹਨੂਮਾਨ ਅਸਮੰਜਸ ਜਾਨ ਹਿਰਦੈ ਕਪਰਾਈ। ਬਾਂਦਰਾ ਦਾ ਜੋ ਰਾਜਾ ਹੈ ਹਨੂਮਾਨ ਹਿਰਦੇ ਵਿੱਚ ਇਵੇਂ ਜਾਣ ਕੇ ਅਣਬਣ ਜੀ ਜਾਣ ਕੇ ਵੀ ਕਠਨਤਾਈ ਜਾਣ ਕੇ, ਜੇ ਨਾ ਤਜਾ ਧਰਮ ਦਾਸਨ ਕੋ, ਕਹਿ ਸੋਚ ਵਿਚਾਰ ਲੱਗਾ ਵੀ ਜੇ ਨਾ ਤਜੋਂ ਜੇ ਮੈਂ ਇੱਥੇ ਨਹੀਂ ਛੱਡਦਾ ਇਸ ਪਹਾੜ ਨੂੰ ਤੇ ਲੈ ਕੇ ਚਲਿਆ ਜਾਣਾ, ਤੇ ਜੋ ਦਾਸਾਂ ਦਾ ਧਰਮ ਹੈ ਵੀ ਆਪਣੇ ਸਵਾਮੀ ਦੀ ਆਗਿਆ ਜਿਹੜੀ ਪਾਲਣੀ ਆਗਿਆ ਮੰਨਣੀ, ਸੋ ਨਾਸ ਹੋਇ ਜਾਤ ਹੈ ਨਾਹੇ ਭੁਲਾਈ। ਕਹਿੰਦੇ ਵੀ ਉਹ ਨਾਸ ਹੋ ਜਾਏਗੀ ਤੇ ਇਹਦੇ ਵਿੱਚ ਚੰਗੀ ਗੱਲ ਨਹੀਂ ਹੋਏਗੀ। ਜੇ ਕਹਿੰਦੇ ਆ ਵੀ ਮੈਂ ਭਾਵ ਜੇ ਨਾ ਤਜੋਂ, ਹੁਣ ਰਾਮਚੰਦਰ ਜੀ ਨੇ ਕਹਿ ਦਿੱਤਾ ਵੀ ਪਹਾੜ ਜਿੱਥੇ ਹੈ ਉੱਥੇ ਛੱਡ ਆਓ, ਲਿਆਉਣੇ ਨਹੀਂ ਹੈ। ਤੇ ਉਸ ਵੇਲੇ ਹਨੂਮਾਨ ਜੀ ਨੇ ਵਿਚਾਰਿਆ ਵੀ ਜੇ ਮੈਂ ਨਾ ਇੱਥੇ ਛੱਡ ਕੇ ਗਿਆ ਪਹਾੜ ਨੂੰ, ਤੇ ਜੋ ਦਾਸਾਂ ਸੇਵਕਾਂ ਦਾ ਇਹ ਧਰਮ ਹੈ ਵੀ ਆਪਣੇ ਗੁਰੂ ਦੀ ਆਗਿਆ ਮੰਨਣੀ, ਆਪਣੇ ਸਵਾਮੀ ਦੀ ਆਗਿਆ ਮੰਨਣੀ, ਉਹਦਾ ਜਿਹੜਾ ਉਹ ਨਾਸ ਹੋ ਜਾਏਗੀ ਤੇ ਇਹ ਚੰਗੀ ਗੱਲ ਨਹੀਂ ਹੋਏਗੀ।
ਜੇ ਤਜ ਜਾਉ ਗਿਰਾ ਮਮ ਝੂਠ ਹੋਵੇ। ਪਰ ਜੇ ਮੈਂ ਇਸੇ ਪਹਾੜ ਨੂੰ ਇਸੇ ਤਰ੍ਹਾਂ ਇਸੇ ਹਾਲਤ ਵਿੱਚ ਛੱਡ ਗਿਆ ਤੇ ਜੋ ਮੈਂ ਸਹੁੰ ਕੀਤੀ ਹੈ ਬਚਨ ਕੀਤਾ ਉਹ ਮੇਰੀ ਬਾਣੀ ਕਹੀ ਹੋਈ ਝੂਠੀ ਹੋ ਜਾਏਗੀ। ਐਸ ਵਿਚਾਰ ਰਹਿਓ ਤਿਹ ਥਾਈ। ਇਸ ਤਰ੍ਹਾਂ ਵਿਚਾਰ ਕਰਕੇ ਤੇ ਜਿਹੜਾ ਰਾਮਚੰਦਰ ਭਗਵਾਨ ਜੀ ਹਨੂਮਾਨ ਉਸੇ ਥਾਂ ਤੇ ਟਿਕ ਰਿਹਾ ਹੈ। ਸ੍ਰੀ ਰਘੁਬੀਰ ਕਹਿਓ ਸੁਨ ਕਾ। ਉਸ ਬਾਂਦਰ ਪਾਸੋਂ ਰਾਮਚੰਦਰ ਭਗਵਾਨ ਜੀ ਨੂੰ ਸੁਣ ਕੇ ਜੁਗ ਦੁਆਪਰ ਮੈਂ ਧਰਹੁ ਅਵਤਾਰੋ। ਉਸ ਬਾਂਦਰ ਨੂੰ ਕਿਹਾ ਵੀ ਤੂੰ ਜਾ ਕੇ ਹਨੂਮਾਨ ਨੂੰ ਕਹਿ ਦੇ ਵੀ ਉਹ ਗੋਵਰਧਨ ਪਹਾੜ ਨੂੰ ਦੱਸ ਦੇਵੇ ਜਾ ਕੇ ਵੀ ਦੁਆਪਰ ਯੁੱਗ ਦੇ ਵਿੱਚ ਮੈਂ ਇਸ ਤਰ੍ਹਾਂ ਫਿਰ ਅਵਤਾਰ ਧਾਰਾਂਗਾ ਕ੍ਰਿਸ਼ਨ ਰੂਪ ਹੋ ਕੇ। ਉਪਰ ਤਾਂ ਕੇ ਬਿਲਾਸ ਕਰਾਂ। ਤੇ ਉਸ ਪਹਾੜ ਦੇ ਉੱਪਰ ਬੜੇ ਮੈਂ ਚੋਜ ਕਰਾਂਗਾ ਕੌਤਕ ਕਰਾਂਗਾ। ਚਿਰ ਕਾਲ ਲੋ ਮੈਂ ਪਗ ਸੰਗ ਬਿਹਾਰੋ। ਉਸ ਗੋਵਰਧਨ ਨਾਮੇ ਪਹਾੜ ਤੇ ਬੜਾ ਲੰਬਾ ਸਮਾਂ ਤੱਕ ਮੈਂ ਆਪਣੇ ਚਰਨਾਂ ਨਾਲ ਹੀ ਵਿਚਰਾਂਗਾ ਉੱਥੇ ਤੁਰਾਂ ਫਿਰਾਂਗਾ। ਸੋ ਸੁਨ ਕੇ ਹਨੂਮਾਨ ਕੇ ਤੀਰਾ। ਉਹ ਬਾਂਦਰ ਸੁਣ ਕੇ ਰਾਮਚੰਦਰ ਭਗਵਾਨ ਜੀ ਤੋਂ ਤੇ ਹਨੂਮਾਨ ਦੇ ਕੋਲ ਗਇਓ ਸਭ ਹੀ ਬਿਦ ਕੀਨ ਉਚਾਰੋ। ਉੱਥੇ ਚਲਾ ਗਿਆ ਜਿੱਥੇ ਹਨੂਮਾਨ ਬੈਠਾ ਹੋਇਆ ਸੀ ਪਹਾੜ ਕੋਲ। ਸਭ ਤਰ੍ਹਾਂ ਨਾਲ ਉਸਨੇ ਢੰਗ ਨਾਲ ਉਚਾਰਨਾ ਕੀਤਾ ਵੀ ਕਿ ਗੋਵਰਧਨ ਨਾਮੇ ਪਹਾੜ ਨੂੰ ਤੂੰ ਕਹਿ ਦੇ ਹਨੂਮਾਨ ਵੀ ਰਾਮਚੰਦਰ ਭਗਵਾਨ ਦੁਆਪਰ ਵਿੱਚ ਆਉਣਗੇ ਕ੍ਰਿਸ਼ਨ ਰੂਪ ਹੋ ਕੇ ਤੇ ਫਿਰ ਆਪਣੇ ਮੁਬਾਰਕ ਚਰਨ ਜਿਹੜੇ ਤੇਰੇ ਉੱਪਰ ਪਾਉਣਗੇ ਵਿਚਰਨਗੇ ਤੇ ਤੇਰੀ ਜਿਹੜੀ ਇੱਛਾ ਪੂਰੀ ਹੋ ਜਾਏਗੀ। ਤੋ ਹਨੂਮਾਨ ਪਿਆਨ ਕੀਓ। ਵਰਦਾਨ ਹੈ ਇਸ ਤਰ੍ਹਾਂ ਜੋ ਹਨੂਮਾਨ ਗੋਵਰਧਨ ਪਹਾੜ ਨੂੰ ਕਹਿ ਕੇ ਤੇ ਜਿਹੜਾ ਰਾਮਚੰਦਰ ਜੀ ਦੇ ਬਚਨ ਸੁਣ ਕੇ ਤੇ ਵਾਪਸ ਹੀ ਚਲਾ ਗਿਆ ਸੀ। ਜਹ ਠਾਂਡੇ ਹੋਤੇ ਰਘੁਬੰਸ ਕੁਮਾਰੋ। ਤਾਂ ਹਨੂਮਾਨ ਪਿਆਨ ਕੀਤਾ ਤਾਂ ਹਨੂਮਾਨ ਨੇ ਪਿਆਨਾ ਚੱਲਣਾ ਕੀਤਾ ਸੀ ਜਿੱਥੇ ਰਾਘਵਾਂ ਦੀ ਬੰਸ ਦੇ ਕੁਮਾਰ ਜਵਾਨ ਰਾਮਚੰਦਰ ਭਗਵਾਨ ਖੜੇ ਹੈ ਸੀ। ਤਬ ਕੋ ਇਹ ਥਾਨ ਧਰਾ ਸੋ ਧਰਾ ਧਰ। ਉਸ ਸਮੇਂ ਦਾ ਇਸ ਥਾਂ ਤੇ ਜਿਹੜਾ ਇਹ ਪਹਾੜ ਹੈ ਧਰਤੀ ਉੱਪਰ ਟਿਕ ਰਿਹਾ ਰੱਖਿਆ ਹੋਇਆ ਹੈ। ਧਾਰ ਅਵਤਾਰ ਮੁਰਾਰ ਸਹਾਏ। ਫਿਰ ਦੁਆਪਰ ਵਿੱਚ ਜੋ ਮੁਰਦਿਆਂ ਦੇ ਵੈਰੀ ਹੈ ਕ੍ਰਿਸ਼ਨ ਰੂਪ ਅਵਤਾਰ ਧਾਰ ਕੇ ਬੜੇ ਸੋਭਨੀਕ ਹੋਏ। ਸਭ ਗੋਪਨ ਮੈਂ ਮਿਲ ਕੇ ਮਧਸੂਦਨ। ਮਧੂ ਨਾਮ ਦੈਂਤ ਨੂੰ ਕੱਟਣ ਵਾਲੇ ਕ੍ਰਿਸ਼ਨ ਜੀ ਨੇ ਸਾਰੇ ਗਵਾਲਿਆਂ ਗੋਪੀਆਂ ਨਾਲ ਮਿਲ ਜੁਲ ਕੇ ਬਾਲਕ ਸੰਗ ਮੈਂ ਖੇਲ ਮਚਾਏ। ਬੱਚਿਆਂ ਨਾਲ ਮਿਲ ਜੁਲ ਕੇ ਬਾਲਕ ਰੂਪ ਹੋ ਕੇ ਖੇਲ ਕੀਤੇ। ਇਸ ਪਹਾੜ ਉੱਪਰ ਰਾਸ ਲੀਲਾ ਕੀਤੀ ਮਚਾਈ। ਇਹ ਜਾਨ ਪਨੀਤ ਪਹਾੜ ਬੜੋ। ਇਸ ਤਰ੍ਹਾਂ ਪਹਾੜ ਵੱਡੋ ਇਸ ਕਰਕੇ ਮਰਦਾਨਾ ਇਹ ਜਿਹੜਾ ਪਹਾੜ ਤੂੰ ਬਹੁਤ ਪਵਿੱਤਰ ਜਾਣ ਲਾ। ਪਦ ਕੇਸ਼ਵ ਨੇ ਬਹੁ ਕਾਲ ਲਗਾਏ। ਕੇਸਾਂ ਵਾਲੇ ਕੇਸਵ ਕੇਸਵ ਚਲਦ ਕਰਹਿ ਨਿਰਾਲੇ ਕੀਤਾ ਲੋੜੇ ਸੋ ਹੋਏਗਾ। ਜੋ ਕੇਸਵ ਹੈ ਕੇਸਾਂ ਵਾਲੇ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਨੇ ਬਹੁਤ ਸਮਾਂ ਜਿਹੜਾ ਆਪਣੇ ਚਰਨ ਇਸ ਪਹਾੜ ਨੂੰ ਲਾਏ ਸੀ ਇਹਦੇ ਉੱਪਰ ਚਰਨ ਲੱਗਦੇ ਰਹੇ ਹੈ। ਜਿਹ ਨਾਸ਼ ਕਰੇ ਸਭ ਦੈਤਨ ਕੇ ਕੁਲ। ਜਿਸ ਕ੍ਰਿਸ਼ਨ ਜੀ ਨੇ ਸਾਰੇ ਦੈਂਤਾਂ ਦੀਆਂ ਕੁਲਾਂ ਨੂੰ ਨਾਸ਼ ਕੀਤਾ ਸੀ ਔਰ ਤਰਾ ਬਹੁ ਭਾਰ ਮਿਟਾਏ। ਤੇ ਧਰਤੀ ਦੇ ਜਿਹੜੇ ਬਹੁਤੇ ਭਾਰ ਪਾਪਾਂ ਦੇ ਉਹ ਵੀ ਮਿਟਾਏ ਸਨ। ਦੋਹਰਾ ਕਾਲਿੰਦਰੀ ਤਟ ਸ੍ਰੀ ਗੁਰੂ। ਇਹ ਗੁਰੂ ਨਾਨਕ ਦੇਵ ਮਹਾਰਾਜ ਇਸ ਤਰ੍ਹਾਂ ਜਮਨਾ ਦੇ ਕਿਨਾਰੇ ਬੈਠੇ ਸਰਬ ਸੁਨਾਏ। ਬੈਠੇ ਹੋਏ ਗੋਵਰਧਨ ਨਾਮੇ ਪਹਾੜ ਦਾ ਸਾਰਾ ਹੀ ਪ੍ਰਸੰਗ ਸੁਣਾ ਰਹੇ ਸੀ। ਮਰਦਾਨਾ ਹਰਖਤ ਭਇਓ। ਭਾਈ ਮਰਦਾਨਾ ਉਸ ਵੇਲੇ ਬੜਾ ਖੁਸ਼ ਹੋਇਆ ਗੋਵਰਧਨ ਨਾਮੇ ਪਹਾੜ ਦਾ ਕਥਾ ਪ੍ਰਸੰਗ ਸੁਣ ਕੇ। ਗਿਰ ਪ੍ਰਸੰਗ ਕੋ ਪਾਏ।
ਗੋਵਰਧਨ ਨਾਮੇ ਪਹਾੜ ਦੇ ਪ੍ਰਸੰਗ ਨੂੰ ਪਾ ਕੇ ਸੁਣ ਕੇ ਚੌਪਈ ਤਿਹ ਸਥਾਨ ਮੇਲਾ ਥੋ ਭਾਰੀ। ਜਦੋਂ ਗੁਰੂ ਸਾਹਿਬ ਜੀ ਇਸ ਥਾਂ ਬ੍ਰਿਜ ਭੂਮੀ ਤੇ ਗਏ ਹੈ, ਉੱਥੇ ਕਹਿੰਦੇ ਉਸ ਵੇਲੇ ਬਹੁਤ ਭਾਰੀ ਮੇਲਾ ਹੋਇਆ ਸੀ, ਬਹੁਤ ਇਕੱਠ ਹੋਇਆ ਸੀ ਵੱਡਾ। ਪਰਬ ਲਖਿਓ ਆਏ ਨਰ ਨਾਰੀ। ਉਸ ਮਹਾਨ ਪਰਬ ਨੂੰ ਜਾਣ ਕੇ ਬਹੁਤ ਮਾਈ ਭਾਈ ਉੱਥੇ ਆਏ ਇਕੱਠੇ ਹੋ ਕੇ। ਬ੍ਰਹਮਚਾਰੀ ਬੈਰਾਗੀ ਜਤੀ। ਬ੍ਰਹਮਚਾਰੀ ਵੀ, ਬੈਰਾਗੀ ਵੀ, ਇਸੇ ਤਰ੍ਹਾਂ ਜਤੀ ਵੀ, ਜਪ ਸਤ ਵਾਲੇ। ਬਹੁਤ ਬੈਸਨਾ ਦਿਸ ਪਟ ਸਤੀ। ਵੈਸ਼ਨੋ ਮਤ ਦੇ ਬਹੁਤੇ ਸਾਧੂ, ਇਸੇ ਤਰ੍ਹਾਂ ਦਿਗੰਬਰ ਨਾਂਗੇ ਸਾਧੂ ਤੇ ਸਤੀ ਜਿਹੜੇ ਸਤ ਪਰਤਗੀ ਸੱਚ ਬੋਲਣ ਵਾਲੇ। ਤਪੀ ਔਰ ਸੰਨਿਆਸੀ ਆਏ। ਤਪ ਕਰਨ ਵਾਲੇ ਤਪੀ ਸਾਧੂ ਤੇ ਇਸੇ ਤਰ੍ਹਾਂ ਸੰਨਿਆਸੀ ਤਿਆਗੀ ਵੀ ਆਏ ਹੈ। ਬ੍ਰਿਜ ਬਿਖ ਨਰ ਪਹੁੰਚ ਸਹਾਏ। ਬ੍ਰਿਜ ਭੂਮੀ ਵਾਲੇ ਸਥਾਨ ਤੇ ਬਹੁਤ ਜਿਹੜੇ ਲੋਕ ਸੋਭਨੀਕ ਹੋਏ ਸਨ। ਸ੍ਰੀ ਗੁਰੂ ਨਾਨਕ ਅੰਤਰ ਜਾਮੀ। ਇੱਧਰ ਗੁਰੂ ਨਾਨਕ ਸਾਹਿਬ ਜੀ ਸਭ ਦੇ ਅੰਦਰ ਦੀਆਂ ਜਾਣਨ ਵਾਲੇ। ਸਭ ਘਟ ਕੀ ਜਾਣਤ ਭੇ ਸੁਆਮੀ। ਸੁਆਮੀ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਲੱਗੇ, ਜਾਣਦੇ ਸੀ। ਅੰਧ ਧੁੰਦ ਵਰਤਿਆ ਜਗ ਮਾਹੀ। ਕਿ ਕਲਯੁਗ ਦੇ ਸਮੇਂ ਵਿੱਚ ਇਸ ਸੰਸਾਰ ਵਿੱਚ ਅੰਧ ਧੁੰਦੀ ਵਰਤਿਆ, ਘੁੱਪ ਹਨੇਰਾ ਵਰਤਿਆ ਹੋਇਆ ਹੈ। ਸੁਧ ਆਤਮੈ ਨਰ ਕੋ ਨਾਹੀ। ਕਿਸੇ ਵੀ ਪੁਰਸ਼ ਦਾ ਜਿਹੜਾ ਸ਼ੁੱਧ ਮਨ ਤੇ ਹੈ ਹੀ ਨਹੀਂ ਹੈ। ਭਵ ਬੰਧਨ ਕੇ ਬਾਂਧੇ ਸਭ ਹੀ। ਸਾਰੇ ਜਿਹੜੇ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਵਿੱਚ ਹੀ ਬਣੇ ਪਏ ਐ। ਛੂਟਨ ਹੋਏ ਨਾ ਤਨ ਕੋ ਕਬਹੀ। ਜਿਸ ਕਰਕੇ ਇਹਨਾਂ ਦੇ ਸਰੀਰ ਦਾ ਕਦੀ ਛੁਟਕਾਰਾ ਹੋ ਹੀ ਨਹੀਂ ਸਕਦਾ। ਜੰਮਣ ਮਰਦਾ ਛੁਟਕਾਰਾ ਕਦੀ ਹੋ ਹੀ ਨਹੀਂ ਸਕਦਾ ਇਸ ਸਰੀਰ ਦਾ। ਕਾਮ ਕ੍ਰੋਧ ਲੋਭ ਅਹੰਕਾਰ। ਇਹ ਸਾਰੇ ਜੀਵ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਅਹੰਕਾਰ ਕਰਕੇ ਦੁਖੀ ਹੋਏ ਪਏ ਵਿਲਕ ਰਹੇ ਹਨ। ਇਨ ਮਹਿ ਵਰਤਿਆ ਮੋਹ ਗੁਬਾਰਾ। ਇਹਨਾਂ ਸਾਰਿਆਂ ਵਿੱਚ ਹੀ ਜਿਹੜਾ ਮੋਹ ਦਾ ਘੁੱਪ ਹਨੇਰਾ ਅੰਨਾ ਵਰਤਿਆ ਹੋਇਆ ਹੈ। ਕਾਮ ਕ੍ਰੋਧ ਲੋਭ ਮੋਹ ਕਰਕੇ ਸੜ ਮਚ ਰਹੇ ਐ ਸਾਰੇ। ਬਾਸਰ ਮੈਂ ਧਰ ਦੰਭ ਅਨੇਕਾ। ਬਾਸਰ ਕਈਏ ਦਿਨ ਵਿੱਚ ਅਨੇਕਾਂ ਤਰ੍ਹਾਂ ਦੇ ਬਹੁਤੇ ਪਖੰਡ ਧਾਰਦੇ ਐ। ਬਾਤ ਬਣਾਏ ਸੁਨਾਏ ਵਿਵੇਕਾ। ਗਿਆਨ ਦੀਆਂ ਜਿਹੜੀਆਂ ਗੱਲਾਂ ਸੁਣਾ ਕੇ ਬਣਾ ਕੇ ਸਾਖੀਆਂ ਸੁਣਾਉਂਦੇ ਐ। ਲੋਭ ਲਹਿਰ ਮਹਿ ਗੋਤੇ ਖਾਵਤ। ਧਨ ਦੇ ਲੋਭ ਦੀਆਂ ਲਹਿਰਾਂ ਵਿੱਚ ਉਂਝ ਗੋਤੇ ਖਾ ਰਹੇ ਐ। ਬਹੁ ਪਖੰਡ ਕਰ ਨਰ ਨ ਦਿਖਾਵਤ। ਬਹੁਤ ਜਿਹੜੇ ਪਖੰਡ ਕਰਕੇ ਐ ਤੇ ਲੋਕਾਂ ਨੂੰ ਦਿਖਾ ਰਹੇ ਐ ਸਾਰੇ। ਜਾਮਨ ਮਹਿ ਕੁਕਰਮ ਆਸ ਕਰਹੀਂ। ਤੇ ਰਾਤ ਦੇ ਸਮੇਂ ਖੋਟੇ ਕਰਮ ਐਸੇ ਕਰਦੇ ਐ। ਕ੍ਰਿਸ਼ਨ ਰਾਧਿਕਾ ਬੇਖਨ ਧਰਹੀਂ। ਕੋਈ ਕ੍ਰਿਸ਼ਨ ਬਣ ਜਾਂਦਾ ਹੈ, ਕੋਈ ਰਾਧਿਕਾ ਬਣ ਜਾਂਦੀ ਹੈ, ਭੇਖ ਧਰ ਲੈਂਦੇ ਐ। ਸਿਸ ਕੁਮਾਰ ਨਾਰੀ ਧਰ ਬੇਖ ਹੈ। ਜਵਾਨ ਜਿਹੜੇ ਲੜਕੇ ਐ ਤੇ ਲੜਕੀਆਂ ਜਿਹੜੀਆਂ ਜਵਾਨ ਐ ਐਵੇਂ ਦਾ ਭੇਖ ਧਾਰ ਲੈਂਦੇ ਰਾਤ ਵੇਲੇ। ਕਰਹਿ ਨਿਰਤਕਾਰੀ ਨਰ ਦੇਖਹਿ। ਫਿਰ ਨਿਰਤਕਾਰੀ ਆ ਤਮਾਸ਼ੇ ਜੇ ਕਰਦੇ ਆ ਤੇ ਬਹੁਤੇ ਲੋਕ ਦੇਖਦੇ ਇਹਨਾਂ ਨੂੰ। ਬਾਲਕ ਔਰ ਅੰਗਨਾ ਦੋ। ਜਿਹੜੇ ਬਾਲਕ ਲੜਕੇ ਆ ਤੇ ਅੰਗਣਾ ਲੜਕੀਆਂ ਦੋਨੇ ਹੀ। ਰਾਧਾ ਕ੍ਰਿਸ਼ਨ ਸੰਗ ਕਰ ਸੋ। ਲੜਕੇ ਜਿਹੜੇ ਕ੍ਰਿਸ਼ਨ ਬਣ ਜਾਂਦੇ ਆ, ਲੜਕੀਆਂ ਰਾਧਾ ਬਣ ਜਾਂਦੀਆਂ, ਸਵਾਂਗ ਜਿਹਾ ਕਰਦੇ। ਇਸ ਤਰ੍ਹਾਂ ਪਖੰਡ ਦਾ ਨਰਮ ਲੀਨਾ ਬੁੱਧੀ ਤਿਨ ਦੇਖ ਹੈ। ਜਿਹੜੇ ਮੈਲੀ ਬੁੱਧੀ ਵਾਲੇ ਪੁਰਸ਼ ਹੈ ਉਹ ਇਹਨਾਂ ਨੂੰ ਦੇਖਦੇ ਆ ਕਾਮੀ। ਉਪਜਾਵਤ ਤਨ ਕਾਮ ਵਿਸੇਖ ਹੈ। ਇਹਨਾਂ ਨੂੰ ਦੇਖ ਕੇ ਵੀ ਕ੍ਰਿਸ਼ਨ ਤੇ ਰਾਧਾ ਹੀ ਉਹ ਰਾਸ ਲੀਲਾ ਕਰ ਰਹੇ ਹੈ, ਜਿਸ ਕਰਕੇ ਸਰੀਰ ਵਿੱਚ ਕਾਮ ਦੀ ਵਿਸ਼ੇਸ਼ ਹੀ
ਪੈਦਾ ਕਰਦੇ ਆ, ਕਾਮ ਦੀ ਵਾਸ਼ਨਾ ਵਿਸ਼ੇਸ਼ ਹੀ ਪੈਦਾ ਕਰਦੇ ਆ। ਬਾਲਕ ਪਨਾ ਤਨ ਅੰਗਨ ਸੰਗਾ, ਬਾਲਕ ਲੜਕੇ ਜਿਹੜੇ ਉਹ ਲੜਕੀਆਂ ਦੇ ਨਾਲ ਭੋਗ ਕਰਹਿ ਨਰ ਹੋਏ ਨਿਸੰਗਾ। ਐ ਨਿਸੰਗ ਨਿਡਰ ਹੋ ਕੇ ਭੋਗ ਕਰਦੇ ਵੀ ਅਸੀਂ ਕ੍ਰਿਸ਼ਨ ਆ, ਇਹ ਰਾਧਾ ਹੈ, ਸਾਨੂੰ ਕੌਣ ਰੋਕੇਗਾ। ਦੋਹਰਾ ਸ੍ਰੀ ਨਾਨਕ ਸਭ ਜਾਣ ਕੇ, ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਇਹਨਾਂ ਦੇ ਪਖੰਡ ਦੀ ਲੀਲਾ ਜੀ ਜਾਣ ਕੇ ਵੀ ਨਾ ਤੇ ਤੁਸੀਂ ਕ੍ਰਿਸ਼ਨ ਹੋ ਨਾ ਤੁਸੀਂ ਰਾਧਾ ਹੀ ਹੋ। ਤਬ ਰਬਾਬ ਬਜਵਾਏ, ਉਸ ਵੇਲੇ ਮਰਦਾਨੇ ਨੂੰ ਕਹਿ ਕੇ ਰਬਾਬ ਵਜਾਇਆ ਹੈ। ਸ਼ਬਦ ਉਚਾਰਿਓ ਰਾਗ ਸੋ, ਬੜੇ ਪ੍ਰੇਮ ਨਾਲ ਗੁਰਬਾਣੀ ਦਾ ਸ਼ਬਦ ਉਚਾਰਿਆ, ਤੁਰਕੀ ਬਾਣੀ ਦਾ। ਰਾਮ ਕਲੀ ਮਹਿ ਗਾਏ, ਰਾਮ ਕਲੀ ਦੇ ਵਿੱਚ ਹੀ ਗਾਇਆ ਤੇ ਰਾਮ ਕਲੀ ਵਿੱਚ ਹੀ ਉਚਾਰਨ ਕੀਤਾ ਹੈ। ਰਾਮ ਕਲੀ ਮਹੱਲਾ ਪਹਿਲਾ, ਅਸ਼ਟਪਦੀਆ। ਇਕ ਓੰਕਾਰ ਸਤ ਗੁਰ ਪ੍ਰਸਾਦ, ਸੋਈ ਚੰਦ ਚੜ੍ਹੈ ਸੇ ਤਾਰੇ। ਰਾਮ ਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ 8 ਪਦਿਆਂ ਦਾ ਸ਼ਬਦ ਉਚਾਰਦੇ ਹੈ। ਪਹਿਲਾਂ ਮੰਗਲ ਕਰਦੇ ਵੀ ਇੱਕ ਜੋ ਅਦਵੈਤ ਸਰੂਪ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਦੀ ਕਿਰਪਾ ਕਰਕੇ ਪ੍ਰਾਪਤੀ ਹੈ। ਸੋਈ ਚੰਦ ਚੜ੍ਹੇ ਸੇ ਤਾਰੇ, ਵੀ ਹੇ ਕਲਯੁਗ ਦੇ ਜੀਵੋ ਜੋ ਤੁਸੀਂ ਇੱਥੇ ਇਕੱਠੇ ਹੋ ਕੇ ਰਾਸ ਲੀਲਾ ਕਰ ਰਹੇ ਹੋ। ਤੇ ਮਹਾਰਾਜ ਉਹਨਾਂ ਨੂੰ ਉਪਦੇਸ਼ ਕਰਦੇ ਕਹਿ ਰਹੇ ਆ ਵੀ ਸੋਈ ਚੰਦ, ਉਹ ਜੋ ਚੰਦਰਮਾ ਸਤਯੁਗ ਵਿੱਚ ਸੀ, ਤ੍ਰੇਤੇ ਵਿੱਚ, ਦੁਆਪਰ ਵਿੱਚ ਸੀ, ਉਹੀ ਉਹ ਕਲਯੁਗ ਵਿੱਚ ਚੜ੍ਹ ਰਿਹਾ ਹੈ। ਸੇ ਤਾਰੇ, ਉਹੀ ਉਹ ਤਾਰੇ ਚੜ੍ਹ ਰਹੇ ਹਨ। ਸੋਈ ਦਿਨ ਅਰ ਤਪਤ ਰਹੈ, ਉਹੀ ਉਹ ਦਿਨ ਅਰ ਕਹੀਏ ਜਿਹੜਾ ਸੂਰਜ ਹੈ, ਸਤਯੁਗ ਤ੍ਰੇਤੇ ਦੁਆਪਰ ਵਾਲਾ, ਉਹ ਤਪ ਰਿਹਾ, ਚੜ੍ਹ ਰਿਹਾ ਹੈ। ਸਾ ਧਰਤੀ ਸੋ ਪਾਣ ਚਲਾਰੇ, ਉਹੀ ਉਹ ਸਤਯੁਗ ਤ੍ਰੇਤੇ ਦੁਆਪਰ ਵਾਲੀ ਕਲਯੁਗ ਵਿੱਚ ਧਰਤੀ ਹੈ, ਤੇ ਉਹੀ ਜਿਹੜੀ ਹਵਾ ਉਹ ਝੁਲਾਰੇ ਕਰ ਰਹੀ ਹੈ, ਝੁੱਲ ਰਹੀ ਹੈ। ਜੁਗ ਜੀਆ ਖੇਲੇ ਥਾਵ ਕੈਸੇ, ਜਿਹੜੇ ਕਲਯੁਗ ਦੇ ਜੀਵ ਹੈ ਉਹਨਾਂ ਦੇ ਹਿਰਦਿਆਂ ਵਿੱਚ ਖੇਲ ਰਿਹਾ ਕਲਯੁਗ, ਉਹ ਕਲੋਲਾਂ ਕਰ ਰਿਹਾ, ਮੌਜਾਂ ਕਰ ਰਿਹਾ ਹੈ। ਕਲਯੁਗ ਦੇ ਜੀਵ ਇਸ ਤਰ੍ਹਾਂ ਖੇਡ ਰਹੇ ਹੈ ਕਲਯੁਗ ਦੇ ਵਿੱਚ ਕਿ ਕੈਸੇ ਖੇਲੇ ਥਾਵ ਕੈਸੇ, ਕਿ ਕੈਸੇ ਥਾਂ 'ਤੇ ਉਹ ਕਲਯੁਗ ਖੇਲੇ, ਉਹਦੇ ਜੀਵਾਂ ਦੇ ਹਿਰਦਿਆਂ ਵਿੱਚ ਹੀ ਖੇਡ ਰਿਹਾ, ਜਿਸ ਕਰਕੇ ਜੀਵਾਂ ਦੇ ਹਿਰਦੇ ਵਿੱਚ ਐਸਾ ਖੇਡ ਰਿਹਾ ਹੈ ਕਿ ਬੁੱਧੀ ਜਿਹੜੀ ਹੈ ਉਹਨਾਂ ਦੀ ਮੈਲੀ ਕਰ ਛੱਡੀ ਹੈ, ਕਾਮ ਵਾਸ਼ਨਾ ਕਰ ਦਿੱਤੀ ਹੈ, ਪਖੰਡੀ ਬਣ ਕੇ ਪੂਜਨੀਕ ਹੋ ਰਹੇ ਆ ਕਲਯੁਗ ਦੇ ਵਿੱਚ, ਤੇ ਸੱਚ ਦੀ ਕਿਤੇ ਗੱਲ ਨਹੀਂ ਰਹਿ ਗਈ ਹੈ। ਐਵੇਂ ਕਲਯੁਗ ਦੇ ਜਿਹੜੇ ਜੀਵ ਹੈ ਉਹਨਾਂ ਦੇ ਹਿਰਦਿਆਂ ਵਿੱਚ ਕਲਯੁਗ ਖੇਡਾਂ ਖੇਡ ਰਿਹਾ ਹੈ, ਮੰਦ ਬੁੱਧੀ ਕਰ ਦਿੱਤੀ ਹੈ। ਐਸਾ ਕੈਸਾ ਥਾਂ ਹੈ ਵੀ ਜਿੱਥੇ ਉਹ ਖੇਡੇ, ਹਿਰਦੇ ਤੇ ਹੈ ਜਿੱਥੇ ਖੇਡ ਰਿਹਾ, ਆਪਣਾ ਰਾਜ ਕਰ ਰਿਹਾ ਕਲਯੁਗ। ਜੀਵਨ ਤਲਬ ਨਿਵਾਰ, ਇਸ ਕਰਕੇ ਜਿਹੜੇ ਜੀਵਨ ਦੀ ਤਲਬ ਹੈ, ਇੱਛਾ ਹੈ, ਬਹੁਤਾ ਲੰਬਾ ਸਮਾਂ ਜੀਵਾ, ਇਹਨੂੰ ਭਾਈ ਨਿਵਰਤ ਕਰ ਦੇ। ਬਹੁਤਾ ਲੰਬਾ ਸਮਾਂ ਜੀ ਕੇ ਕੀ ਕਰਨਾ ਕਲਯੁਗ ਵਿੱਚ, ਮੰਦੇ ਕਰਮ ਕਰਨੇ, ਮਾੜੇ ਕੰਮ ਕਰਨੇ ਹੈ ਨਾ, ਬਹੁਤਾ ਲੰਬਾ ਸਮਾਂ ਜਾਣ ਕੇ। ਇਸ ਕਰਕੇ ਬਹੁਤੇ ਲੰਬੇ ਜੀਵਨ ਦੀ ਜਿਹੜੀ ਤਲਬ ਹੈ, ਇੱਛਾ, ਉਹ ਤੋਂ ਨਿਵਰਤ ਕਰ ਦੇ, ਦੂਰ ਕਰ ਦੇ। ਇਸੇ ਤਰ੍ਹਾਂ ਜਿਹੜਾ ਜੀਵਨ ਹੈ, ਉਹ ਜੀਵਨ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਦੁੱਖ ਦੇਣ ਦੀ ਜਿਹੜੀ ਇੱਛਾ, ਉਹਨੂੰ ਤੂੰ ਨਿਵਰਤ ਕਰ ਦੇ, ਦੂਰ ਕਰ ਦੇ। ਹੋਵੇ ਪਰਵਾਣਾ ਕਰਹਿ ਧਿਆਣਾ, ਕਲਯੁਗ ਦੇ ਲੱਖਣ ਕੀ ਹੈ ਮਹਾਰਾਜ ਨੂੰ ਪੁੱਛਿਆ। ਮਹਾਰਾਜ ਕਹਿੰਦੇ ਵੀ ਉਹੀਓ ਪਰਵਾਨਿਕ ਹੁੰਦਾ ਹੈ ਕਲਯੁਗ ਵਿੱਚ, ਉਹੀਓ ਮੁਖੀ ਹੈ, ਉਹੀਓ ਜਿਹੜਾ ਹੈ ਨੰਬਰਦਾਰ ਹੈ, ਉਹੀਓ ਮਹਾਨ ਮੰਨਿਆ ਜਾਂਦਾ ਹੈ। ਜਿਹੜਾ ਕਰੇ ਧਿਆਣਾ, ਜਿਹੜਾ ਧੱਕੇ ਜੋਰੀ ਕਰਦਾ ਹੈ, ਧੱਕੇਸ਼ਾਹੀ ਕਰਦਾ, ਹਕੂਮਤ ਕਰਦਾ,
ਬਿਨਾਂ ਵਜ੍ਹਾ ਫੜ ਕੇ ਜੇਲ੍ਹਾਂ 'ਚ ਸੁੱਟ ਦਿੰਦੇ, ਜਿਵੇਂ ਅੱਜ ਕੱਲ ਕਲ ਲਖਨ ਵਿਚਾਰ। ਕਲ ਲੱਖਣ ਵਿਚਾਰ, ਕਲਯੁਗ ਦੇ ਇਹ ਲੱਛਣ ਚਿੰਨ੍ਹ ਵਿਚਾਰ ਲਓ ਵੀ ਉਹੀਓ ਕਲਯੁਗ ਵਿੱਚ ਪ੍ਰਵਾਨਿਕ ਹੁੰਦਾ, ਮੰਨਿਆ ਪਰ ਮੰਨਿਆ ਜਾਂਦਾ ਹੈ। ਜਿਹੜਾ ਧੱਕੇ ਜੋਰੀ ਕਰਦਾ, ਆਪਣੀ ਹਕੂਮਤ ਚਲਾਉਂਦਾ, ਐਵੇਂ ਲੋਕਾਂ ਦੇ ਹੱਕ ਖੁੰਦਾ ਫਿਰਦਾ ਹੈ। ਰਹਾਉ ਕਿਤੇ ਦੇਸ ਨਾ ਆਇਆ ਸੁਣੀਐ। ਕਿ ਮਹਾਰਾਜ ਕਹਿੰਦੇ ਵੀ ਕਿਤੇ ਦੇਸ਼ ਵਿੱਚ ਵੀ ਆਇਆ ਹੈ ਕਲਯੁਗ, ਉਹ ਤੇ ਨਹੀਂ ਸੁਣੀਦਾ। ਤੀਰਥ ਪਾਸ ਨਾ ਬੈਠਾ। ਫਿਰ ਵੀ ਕਿਸੇ ਤੀਰਥ ਦੇ ਕੋਲ ਬੈਠਾ, ਕਿਨਾਰੇ ਤੇ ਚੌਂਕੜਾ ਮਾਰ ਕੇ ਸਮਾਧੀ ਲਾਈ ਬੈਠਾ ਹੈ, ਇਹ ਵੀ ਨਹੀਂ ਸੁਣਿਆ ਹੈ। ਦਾਤਾ ਦਾਨ ਕਰੇ ਤਹ ਨਾਹੀ। ਜਿੱਥੇ ਦਾਤੇ ਦਾਨ, ਦਾਤਾ ਬਣ ਕੇ ਕੋਈ ਦਾਨ ਕਰਦਾ, ਉੱਥੇ ਵੀ ਨਹੀਂ ਹੈ ਕਲਯੁਗ। ਮਹਿਲ ਉਸਾਰ ਨਾ ਬੈਠਾ। ਬੜਾ ਤਕੜਾ ਮਹਿਲ ਉਸਾਰ ਕੇ ਵੀ ਨਹੀਂ ਬੈਠਾ ਅੰਦਰ। ਜੇ ਕੋ ਸਤ ਕਰੇ ਸੋ ਸੀਜੈ। ਫਿਰ ਕਹਿੰਦੇ ਮਹਾਰਾਜ ਕਲਯੁਗ ਬੈਠਾ ਕਿੱਥੇ ਹੈ? ਤੇ ਗੁਰੂ ਸਾਹਿਬ ਕਹਿੰਦੇ ਜੇ ਕੋਈ ਪੁਰਸ਼ ਸਤ ਕਰਦਾ ਨਾ, ਵੀ ਸਤ ਬੋਲਣ ਦੀ ਪ੍ਰਤੱਗਿਆ ਕਰਦਾ, ਵੀ ਮੈਂ ਸੱਚ ਹੀ ਬੋਲਣਾ ਜੋ ਮਰਜ਼ੀ ਹੋ ਜੇ, ਸੋ ਸੀਜੇ, ਉਹਦਾ ਪ੍ਰਾਣ ਸੀਜੇ, ਕਹੀਏ ਨਾਸ ਹੋ ਜਾਂਦਾ ਹੈ। ਉਹ ਸੱਚ ਨਹੀਂ ਫਿਰ ਬੋਲਦਾ, ਝੂਠ ਬੋਲਣ ਲੱਗ ਪੈਂਦਾ ਹੈ। ਇਸ ਤਰ੍ਹਾਂ ਉਹਦਾ ਪ੍ਰਾਣ ਦਾ ਹੀ ਨਾਸ ਕਰ ਦਿੰਦਾ ਕਲਯੁਗ। ਤਪ ਘਰ ਤਪ ਨਾ ਹੋਈ। ਤਪੱਸੀਆਂ ਦੇ ਘਰ ਵਿੱਚ ਤਪ ਨਹੀਂ ਹੋ ਰਿਹਾ। ਜਿਹੜੇ ਤਪਸਵੀ ਸਾਧੂ ਬ੍ਰਾਹਮਣ ਖਵਾਉਂਦੇ, ਉੱਥੇ ਤਪ ਨਹੀਂ ਹੋ ਰਿਹਾ। ਜੋ ਤਪ ਕਹੀਏ ਤਪਸਵੀ, ਉਹਨਾਂ ਦਾ ਹਿਰਦਾ ਰੂਪੀ ਘਰ, ਉੱਥੇ ਤਪ ਨਹੀਂ ਹੋ ਰਿਹਾ। ਫਿਰ ਤਪ ਘਰ, ਜੋ ਤਪ ਘਰ ਆ ਜੰਗਲ ਹੈ, ਉੱਥੇ ਤਪ ਨਹੀਂ ਹੋ ਰਿਹਾ, ਸਭ ਪਖੰਡੀ ਪਖੰਡ ਹੋ ਰਿਹਾ ਹੈ। ਜੇ ਕੋ ਨਾਉ ਲਏ ਬਦਨਾਵੀ। ਜੇ ਕੋਈ ਨਾਮ ਲੈਂਦਾ ਪਰਮੇਸ਼ਰ ਦਾ ਸਹੀ ਰੂਪ ਦੇ ਵਿੱਚ, ਵਾਹਿਗੁਰੂ ਵਾਹਿਗੁਰੂ ਕਰਦਾ, ਤੇ ਲੋਕ ਉਹਦੀ ਬਦਨਾਮੀ ਕਰਦੇ ਹੈ। ਕਹਿੰਦੇ ਆ ਵੀ ਵੇਖੋ ਆ ਨਵਾਂ ਹੀ ਭਗਤ ਉੱਠਿਆ ਹੈ, ਵੇਖਦੇ ਕਿੰਨੇ ਦਿਨ ਭਗਤੀ ਕਰਦਾ ਹੈ। ਫਿਰ ਇਸ ਤਰ੍ਹਾਂ ਕਹਿੰਦੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ। ਆ ਕਈ ਥਾਵਾਂ 'ਤੇ ਖਲੋ ਖਲੋ ਕੇ ਇਸ ਤਰ੍ਹਾਂ ਕਹਿੰਦੇ, ਬਦਨਾਮੀ ਕਰਦੇ ਜੋ ਕੋਈ ਨਾਮ ਲਵੇ ਪਰਮੇਸ਼ਰ ਦਾ। ਕਲ ਕੇ ਲਖਣ ਏ। ਮਹਾਰਾਜ ਕਹਿੰਦੇ ਕਲਯੁਗ ਦੇ ਲੱਛਣ ਚਿੰਨ੍ਹ ਇਹੋ ਹੈ ਵੀ ਜਿਹੜਾ ਨਾਮ ਜਪਦਾ, ਉਹਦੀ ਭੰਡੀ ਕਰਦੇ ਲੋਕ ਖਲੋ ਖਲੋ ਕੇ। ਜਿਸ ਸਿਕਦਾਰੀ ਤਿਸ ਹੈ ਖੁਆਰੀ। ਜਿਸ ਦੀ ਮਹਾਰਾਜ ਕਹਿੰਦੇ ਸਿਕਦਾਰੀ, ਨੰਬਰਦਾਰੀ ਹੈ, ਠਾਣੇਦਾਰੀ ਹੈ, ਚੌਧਰਪੁਣਾ ਹੈ, ਉਹਦੀ ਖੁਆਰੀ ਹੁੰਦੀ, ਉਹਦਾ ਹੀ ਨੁਕਸਾਨ ਹੁੰਦਾ ਅਖੀਰ ਨੂੰ। ਚਾਕਰ ਕਿਹੇ ਡਰਨਾ। ਉਹ ਚਾਕਰ ਜਿਹੜਾ ਦਾਸ, ਉਹਨੇ ਕਾਹਦੀ ਕੋਲੋਂ ਡਰਨਾ ਹੈ? ਉਹ ਗਰੀਬ ਨੂੰ ਕਾਹਦਾ ਡਰ ਹੈ? ਜੇ ਇੱਥੋਂ ਕਿਸੇ ਮਾਲਕ ਨੇ ਧੱਕਾ ਦੇ ਦਿੱਤਾ, ਇੱਥੇ ਨਹੀਂ ਰਹਿਣਾ ਮਿਲਿਆ ਤੇ ਕਿਤੇ ਹੋਰ ਚਲਿਆ ਜਾਊ, ਉਹ ਗਰੀਬ ਹੈ। ਉਹ ਚਾਕਰ ਨੂੰ ਕਿਸ ਗੱਲ ਦਾ ਡਰ ਹੈ? ਚਾਕਰ ਨੂੰ ਕੋਈ ਡਰ ਨਹੀਂ ਹੈ। ਆ ਜਿਹੜਾ ਚੌਧਰੀ ਹੈ, ਉਹਨੂੰ ਹੀ ਡਰ ਹੈ, ਉਹਦੀ ਖੁਆਰੀ ਹੁੰਦੀ ਅੰਤ ਨੂੰ। ਜਾ ਸਿਕਦਾਰ ਪਵੈ ਜੰਜੀਰੀ। ਜਦੋਂ ਉਹ ਸਿਕਦਾਰ ਚੌਧਰੀ, ਨੰਬਰਦਾਰ, ਥਾਣੇਦਾਰ, ਐਸਪੀ ਨੂੰ ਜੰਜੀਰੀਆਂ ਪੈਂਦੀਆਂ ਹਨ, ਤਾਂ ਚਾਕਰ ਹੱਥੋਂ ਮਰਨਾ। ਤੇ ਉਹਨਾਂ ਦਾ, ਉਹ ਸਿਕਦਾਰੀ ਨੰਬਰਦਾਰਾਂ ਦਾ, ਚਾਕਰਾਂ ਨੌਕਰਾਂ ਦੇ ਹੱਥੋਂ ਹੀ ਮਰਨਾ ਹੁੰਦਾ ਵੀ ਹੁਣ ਸੂਤ ਆਇਆ, ਇਹਨੂੰ ਫੜ ਲਓ। ਆਖ ਗੁਣਾ ਕਲ ਆਈਐ। ਉਸ ਵੇਲੇ ਜਿਹੜਾ ਕਲਯੁਗ ਆ ਪ੍ਰਗਟ ਹੋਇਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ ਵੀ ਮੇਰੀ ਸਰਦਾਰੀ ਇਸ ਵਕਤ ਤੁਸੀਂ ਕੀ ਮੈਨੂੰ ਕਹਿ ਰਹੇ ਹੋ ਵੀ ਮੇਰਾ ਮਰਨਾ ਹੋਊਗਾ? ਮੈਂ ਤਾਂ ਨਹੀਂ ਮਰਦਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਜੇ ਤੇਰੀ ਸਿਕਦਾਰੀ ਨਾ ਚੌਧਰਪੁਣਾ ਤੇ ਤੂੰ ਕਰ, ਅਸੀਂ ਪਰਮੇਸ਼ਰ ਦੇ ਚਾਕਰ, ਤੇਰਾ ਸਾਡੇ ਹੱਥੋਂ ਮਰਨਾ ਹੋਊਗਾ। ਉਸ ਵੇਲੇ ਕਲਯੁਗ ਮਹਾਰਾਜ ਜੀ ਦੇ ਚਰਨੀ ਪੈ ਗਿਆ, ਢਹਿ ਪਿਆ, ਕਹਿੰਦਾ ਮਹਾਰਾਜ ਮੈਨੂੰ ਮਾफ़ ਕਰੋ। ਮੱਥਾ ਟੇਕ ਕੇ ਚਲਾ ਗਿਆ ਸੀ। ਤੇ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਵੀ ਆਖ ਗੁਣਾ ਕੱਲ ਆਈ ਹੈ। ਇਹ ਜੋ ਕਲਯੁਗ ਆਇਆ ਹੈ ਨਾ, ਗੁਣਾ ਉਹਦੇ ਕਲਯੁਗ ਆਏ ਦੇ ਚਿੰਨ੍ਹ ਕਹੇ ਆ ਅਸੀਂ, ਉਹ ਆਖੇ ਚਿੰਨ੍ਹ ਵੀ ਜਿਵੇਂ ਕਲਯੁਗ ਆਇਆ ਹੋਇਆ ਹੈ। ਇਸੇ ਤਰ੍ਹਾਂ ਭਾਈ ਆਖ ਗੁਣਾ ਪਰਮੇਸ਼ਰ ਦੇ ਜਿਹੜੇ ਗੁਣ ਹੈ ਨਾ ਕਲਯੁਗ ਦੇ ਸਮੇਂ ਵਿੱਚ, ਉਹੀਓ ਗਾਈਏ। ਕਲਯੁਗ ਆਇਆ ਹੋਇਆ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ, ਮਤਾ ਕਿਤੇ ਭੁੱਲ ਜਾਏ ਵੀ ਹੋਰ ਕੋਈ ਰੁੱਤ ਆਉਣੀ ਹੈ। ਕਲਯੁਗ ਦੇ ਵਿੱਚ ਹੀ ਨਾਮ ਦੀ ਵਡਿਆਈ ਹੈ, ਜੁਗ ਚਾਰੇ ਨਾਮ ਵਡਿਆਈ ਹੋਈ।
ਆਖ ਗੁਣਾ। ਇਸ ਤਰ੍ਹਾਂ ਗੁਣਾ ਕਹੀਏ ਜੋ ਅਸਾਂ ਨੇ ਆਖਿਆ ਉਹਨੂੰ ਵਿਚਾਰ ਲਿਓ ਵੀ ਜਿੱਥੇ ਇਹੋ ਜਿਹਾ ਕੁਝ ਹੋ ਰਿਹਾ ਉੱਥੇ ਕਲਯੁਗ ਆਇਆ ਹੋਇਆ ਹੈ। ਤਿਹ ਜੁਗ ਕੇਰਾ ਰਹਿਆ ਤਪਾਵਸ। ਤਿੰਨਾਂ ਯੁੱਗਾਂ ਵਿੱਚ ਤਪਾਵਸ ਜਿਹੜਾ ਨਿਆਂ ਹੈ ਉਹ ਤੇ ਇੱਕ ਪਾਸੇ ਰਹਿ ਚੁੱਕਾ ਹੈ। ਹੁਣ ਨਿਆਂ ਨਹੀਂ ਕੋਈ ਰਹਿ ਗਿਆ, ਕਿਉਂਕਿ ਸਤਿਯੁਗ ਵਿੱਚ ਜੇ ਇੱਕ ਕੋਈ ਗਲਤੀ ਕਰਦਾ ਸੀ ਤੇ ਸਾਰੇ ਇਲਾਕੇ ਦੇਸ਼ ਨੂੰ ਸਜ਼ਾ ਮਿਲਦੀ ਸੀ। ਤ੍ਰੇਤੇ ਵਿੱਚ ਇੱਕ ਗਲਤੀ ਕਰਦਾ ਸੀ, ਜਿਵੇਂ ਰਾਵਣ ਨੇ ਕੀਤੀ ਤੇ ਸਾਰੀ ਉਹ ਨਗਰੀ ਨੂੰ ਮਿਲਿਆ, ਲੰਕਾ ਸਭ ਸੜ ਗਈ। ਵਿੱਚੇ 1 ਲੱਖ ਪੂਤ 1.25 ਲੱਖ ਨਾਤੀ ਉਹ ਵੀ ਚਲੇ ਗਏ, ਸਾਰੀ ਨਗਰੀ ਸੜ ਗਈ ਸੀ। ਦੁਆਪਰ ਵਿੱਚ ਜੇ ਕੋਈ ਇੱਕ ਗਲਤੀ ਕਰਦਾ ਤੇ ਕੁਲ ਦਾ ਨਾਸ ਹੋ ਜਾਂਦਾ ਸੀ, ਜਿਵੇਂ ਦੁਰਭਾਸ਼ਾ ਰਿਖੀ ਨੂੰ ਮਖੌਲ ਕਰਨੇ ਕਰਕੇ ਬੱਚਿਆਂ ਜਾਦਵ ਦੇ ਕੁਲਾਂ ਨੇ ਤੇ ਸਾਰੀ 56 ਕਰੋੜ ਜਾਦ ਵੀ ਨਾਸ ਹੋ ਗਏ ਸੀ। ਉਹ ਤਿੰਨਾਂ ਯੁੱਗਾਂ ਦਾ ਜੋ ਤਪਾਵਸ ਕਹੀਏ ਨਿਆਂ ਹੈ ਉਹ ਤੇ ਇੱਕ ਪਾਸੇ ਰਹਿ ਚੁੱਕਾ ਹੈ। ਜੇ ਗੁਣ ਦੇਹ ਤਾ ਪਾਈਆ। ਇਸ ਕਰਕੇ ਜੇ ਕਲਯੁਗ ਵਿੱਚ ਪਰਮੇਸ਼ਰ ਆਪਣਾ ਭਗਤੀ ਰੂਪ ਗੁਣ ਦੇ ਦੇਵੇ ਤਾਂ ਸੁਖ ਪਾਈਦਾ ਹੈ। ਇਸੇ ਤਰ੍ਹਾਂ ਜੇ ਹੁਕਮ ਮੰਨਣ ਰੂਪੀ ਗੁਣ ਦੇ ਦੇਵੇ ਤੇ ਸੁਖ ਪਾਈਦਾ ਹੈ, ਨਾਮ ਰੂਪੀ ਗੁਣ ਦੇ ਦੇਵੇ ਤੇ ਸੁਖ ਪਾਈਦਾ ਹੈ। ਸਤ ਸੰਤੋਖ ਦਇਆ ਧਰਮ ਸ਼ੁਭ ਗੁਣਾ ਨੂੰ ਬਖਸ਼ ਦੇ ਪਰਮੇਸ਼ਰ ਤਾਂ ਸੁਖ ਪਾਈਦਾ ਹੈ। ਰਹਾਉ ਕਲ ਵਾਲੀ ਸਰਾ ਨਿਬੇੜੀ। ਕਲਯੁਗ ਦੀ ਜਿਹੜੀ ਕਿਰਿਆ ਉਹ ਸਾਰੇ ਜੀਵਾਂ ਦੀ ਕਲੇ ਵਾਲੀ ਹੋ ਰਹੀ, ਝਗੜੇ 'ਚ ਮੇਲੇ ਹੋ ਰਹੇ ਹੈ, ਹਰ ਪਾਸੇ ਝਗੜੇ ਹੋ ਰਹੇ ਹੈ। ਇਸੇ ਤਰ੍ਹਾਂ ਜੋ ਨੀਲ ਦੀ ਭਰੀ ਹੋਈ ਮੱਟੀ ਹੈ ਉਸ ਵਰਗੀ ਕਿਰਿਆ ਹੋ ਰਹੀ ਕਲਯੁਗ ਦੀ। ਸਭ ਲੋਕ ਸ਼ਰਾਰਤੀ ਹੋਏ ਪਏ ਐ, ਸਰਾ ਨਿਬੇੜੀ ਜਿਹੜਾ ਨਿਆਂ ਕਰਦੇ ਐ, ਨਿਆਂ ਨਿਬੇੜਦੇ ਐ। ਕਾਜੀ ਕ੍ਰਿਸ਼ਨਾ ਹੋਆ। ਉਹ ਕਾਜੀ ਵੀ ਆਪਣੇ ਰਾਜ ਕਰਕੇ ਮਨ ਦੇ ਕ੍ਰਿਸ਼ਨਾ ਕਹੀਏ ਕਾਲੇ ਹੋਏ ਪਏ ਐ। ਉਹ ਕਾਜ਼ੀਆਂ ਦੇ ਮਨ ਕਾਲੇ ਹੋਏ ਪਏ ਵੀ ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ। ਵੱਡੀ ਲੈ ਕੇ ਹੱਕ ਗਵਾ ਦਿੰਦੇ ਆ, ਉਹਦੇ ਵੱਲ ਦੀ ਗੱਲ ਕਰ ਦਿੰਦੇ ਆ। ਜੇ ਕੋਈ ਪੁੱਛਦਾ ਤੇ ਉਹਨੂੰ ਲਾਲ ਕਿਤਾਬ ਪੜ੍ਹ ਕੇ ਸੁਣਾ ਦਿੰਦੇ ਆ ਵੀ ਐਵੇਂ ਨਹੀਂ ਐਵੇਂ ਕਰ, ਇਸ ਲਿਖਿਆ ਹੋਇਆ ਲਾਲ ਕਿਤਾਬ ਵਿੱਚ। ਇਹਨਾਂ ਕਾਲੇ ਮਨਾਂ ਵਾਲੇ ਕਾਜ਼ੀਆਂ ਨੇ ਭਾਈ ਮਣੀ ਸਿੰਘ ਨੂੰ ਫਤਵਾ ਲਾਇਆ ਸੀ। ਇਹਨਾਂ ਕਾਲੇ ਮਨਾਂ ਵਾਲੇ ਕਾਜ਼ੀਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਫਤਵਾ ਲਾਇਆ ਸੀ। ਇਹ ਕਲਯੁਗ ਦਾ ਹੀ ਜਿਹੜੀ ਨਿਸ਼ਾਨੀ ਹੈ ਵੀ ਕਾਜੀ ਕ੍ਰਿਸ਼ਨ ਹੋਆ। ਕਾਜ਼ੀਆਂ ਦੇ ਮਨ ਕਾਲੇ ਹੋ ਰਹੇ, ਜਿਹੜੇ ਨਿਆਂ ਕਰਨ ਵਾਲੇ, ਨਿਆਂ ਨਿਬੇੜਨ ਵਾਲੇ ਐ। ਬਾਣੀ ਬ੍ਰਹਮਾ ਵੇਦ ਅਥਰਵਣ। ਬ੍ਰਹਮਾ ਜੀ ਦੀ ਜੋ ਬਾਣੀ ਹੈ ਅਥਰਵਣ ਵੇਦ। ਕਰਨੀ ਕੀਰਤ ਲਹਿਆ। ਉਸ ਵਿੱਚੋਂ ਜਿਹੜੀ ਪਰਮੇਸ਼ਰ ਦੀ ਕੀਰਤਨ ਰੂਪ ਭਗਤੀ ਕਰਨੀ ਹੈ ਉਸ ਨੂੰ ਕਿਸੇ ਨੇ ਲਿਆ ਪ੍ਰਾਪਤ ਕੀਤਾ ਹੈ। ਸਪਤ ਵਿਣ ਪੂਜਾ ਸਤ ਵਿਣ ਸੰਜਮ। ਗੁਰੂ ਸਾਹਿਬ ਜੀ ਕਹਿੰਦੇ ਵੀ ਇੱਜ਼ਤ ਪਤੂ ਪ੍ਰਤਿਸ਼ਠਾ ਤੋਂ ਬਿਨਾਂ ਜਿਹੜੀ ਕੋਈ ਪੂਜਾ ਕਰਨੀ ਉਹ ਵੀ ਕੀ ਹੈ, ਤੇ ਸੱਚ ਤੋਂ ਬਿਨਾਂ ਜਿਹੜਾ ਸੰਜਮ ਰੱਖਣਾ ਹੈ, ਇੰਦਰੀਆਂ ਦਾ ਕੰਟਰੋਲ ਵਸ ਕਰਨਾ, ਉਹ ਕਿਸ ਕੰਮ ਹੈ। ਜੇ ਝੂਠ ਹੀ ਬੋਲਣਾ ਹੈ ਕਾਹਦਾ ਸੰਜਮ ਹੈ ਉਹ। ਜਤ ਵਿਣ ਕਾਹੇ ਜਨੇਊ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈ ਵਖਾਣੈ। ਜਤ ਬਿਨ ਆ ਕਾਹਦਾ ਜਨੇਊ ਪਾਇਆ। ਜਨੇਊ ਕਿਸ ਕੰਮ ਹੈ, ਕੰਨ ਤੇ ਟੰਗਿਆ ਹੋਇਆ, ਗਲ ਵਿੱਚ ਗਾਤਰਾ ਪਾਇਆ, ਕਿਸ ਕੰਮ ਹੈ ਜੇ ਜਤ ਨਹੀਂ ਹੈਗਾ। ਨਾਵਹੁ ਧੋਵਹੁ ਤਿਲਕ ਚੜਾਵਹੁ। ਇਹ ਵੀ ਤੁਸੀਂ ਨਹਾਉਂਦੇ ਹੋ ਸਰੀਰ ਕਰਕੇ ਤੇ ਕੱਪੜੇ ਧੋਂਦੇ ਹੋ ਆਪਣੇ, ਇਸੇ ਤਰ੍ਹਾਂ ਨਹਾਉਂਦੇ ਧੋਂਦੇ ਹੋ, ਤਿਲਕ ਚੜਾਉਂਦੇ, ਮੱਥਿਆਂ ਦੇ ਤਿਲਕ ਲਾ ਕੇ ਚੜਾ ਲੈਂਦੇ ਹੋ। ਨਹਾਉਂਦੇ ਕਈਏ ਤੀਰਥਾਂ ਦੇ ਨਹਾਉਂਦੇ ਹੋ, ਠਾਕਰਾਂ ਦੇ ਜਿਹੜੇ ਆ ਮੂਰਤੀਆਂ ਨੂੰ ਧੋਂਦੇ ਹੋ, ਠਾਕਰਾਂ ਤੇ ਤਿਲਕ ਚੜਾਉਂਦੇ ਤੇ ਆਪਣੇ ਮੱਥੇ ਤੇ ਵੀ ਤਿਲਕ ਚੜਾਉਂਦੇ ਹੋ 12 ਸੋਚ ਬਿਨ ਸੋਚ ਨਾ ਹੋਈ। ਪਰ ਸੋਚ ਅੰਦਰਲੀ ਸੋਚ, ਮਨ ਦੀ ਸੋਚ ਬਿਨਾਂ ਤੇ ਸੋਚ ਪਵਿੱਤਰਤਾ ਨਹੀਂ ਹੋ ਸਕਦੀ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮਨ ਚੰਗਾ ਨਹੀਂ ਹੁੰਦਾ ਸਰੀਰ ਧੋਤਿਆਂ। ਕਲ ਪਰਵਾਨਕ ਤੇਬ ਕੁਰਾਨ। ਕਲਯੁਗ ਦੇ ਵਿੱਚ ਮੁਸਲਮਾਨਾਂ ਦਾ ਰਾਜ ਹੋਣੇ ਕਰਕੇ
ਜਿਹੜੇ ਕੁਰਾਨ ਹੈ, ਕਤੇਬ, ਅੰਜੀਲ, ਤਰੇਤ, ਜੰਬੂਰ, ਕੁਰਾਨ, ਇਹ 4 ਕਤੇਬ ਹੀ ਪੁਰਾਣ ਜਿਹੜੇ ਹੋ ਰਹੇ ਆ, ਪ੍ਰਵਾਨਿਕ ਹੋ ਰਹੇ, ਮੰਨੇ ਪਰ ਮੰਨੇ ਜਾ ਰਹੇ, ਇਹਨਾਂ ਦਾ ਬੋਲਬਾਲਾ ਹੀ ਹੋ ਰਿਹਾ ਸਾਰੇ ਪਾਸੇ। ਪੋਥੀ ਪੰਡਿਤ ਰਹੇ ਪੁਰਾਣ, ਜਿਹੜੇ ਹਿੰਦੂ ਮਤ ਦੀਆਂ ਪੋਥੀਆਂ ਹੈ, ਗੀਤਾ ਆਦਿਕ ਤੇ ਇਸੇ ਤਰ੍ਹਾਂ 18 ਪੁਰਾਣ ਹੈ, ਉਹਦੇ ਇੱਕ ਪਾਸੇ ਰਹਿ ਚੁੱਕੇ ਹੈ, ਉਹ ਟਿਕ ਰਹੇ ਹੈ। ਪੜ੍ਹਨ ਵਾਲੇ ਪੰਡਿਤ ਵੀ ਇੱਕ ਪਾਸੇ ਹੋ ਰਹੇ ਹੈ। ਨਾਨਕ ਨਾਉ ਭਇਆ ਰਹਿਮਾਨ, ਮੁਸਲਮਾਨਾਂ ਦੇ ਰਾਜ ਹੋਣੇ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਨਾਮ ਹੈ ਪਰਮੇਸ਼ਰ ਦਾ, ਵਾਹਿਗੁਰੂ ਨਾਮ ਹੈ, ਉਹ ਰਹਿਮਾਨ ਹੋ ਗਿਆ ਹੈ। ਭਾਵ ਰਹਿਮ ਕਿੱਥੇ, ਹਰੇ ਹਰੇ ਰਾਮ ਰਾਮ ਹਿੰਦੂ ਕਹਿੰਦੇ ਸੀ, ਉਹ ਮੁਸਲਮਾਨਾਂ ਤੋਂ ਡਰਦੇ ਮਾਰੇ ਹੁਣ ਰਹੀਮ ਰਹੀਮ ਕਹਿਣ ਲੱਗ ਗਏ। ਰਹਿਮ ਦਿਲ ਉਸ ਦਾ ਨਾਮ ਹੋ ਗਿਆ ਹੈ। ਕਰ ਕਰਤਾ ਤੂੰ ਏਕੋ ਜਾਣ, ਪਰ ਇਹ ਭਾਈ ਜਿਹੜਾ ਪਰਮੇਸ਼ਰ ਨੇ ਮੁਸਲਮਾਨ ਤੇ ਹਿੰਦੂ ਕੀਤੇ ਹੈ, ਕਰਨ ਵਾਲਾ ਹੈ, ਉਸ ਕਰਤੇ ਪਰਮੇਸ਼ਰ ਨੂੰ ਤੂੰ ਇੱਕ, ਪਰਮੇਸ਼ਰ ਕਰਤੇ ਨੂੰ ਤੂੰ ਜਾਣ, ਦੋਵਾਂ ਨੂੰ ਕਰਨ ਵਾਲਾ ਉਹੀ ਹੈ। ਤੂੰ ਕਰ ਕਰਤਾ ਤੂੰ ਏਕੋ ਜਾਣ, ਜੋ ਸਭ ਦਾ ਕਰਤਾ ਹੈ, ਤੇ ਉਸ ਮਾਲਕ ਇੱਕ ਨੂੰ ਤੂੰ ਜਾਣ, ਉਸ ਦਾ ਹੀ ਨਾਮ ਤੂੰ ਜਪਣਾ ਕਰ। ਨਾਨਕ ਨਾਮ ਮਿਲੈ ਵਡਿਆਈ, ਨਾਨਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਮ ਪਰਮੇਸ਼ਰ ਦੇ ਜਪਣੇ ਕਰਕੇ ਵਡਿਆਈ ਮਿਲਦੀ ਹੈ। ਏਦੋ ਉਪਰ ਕਰਮ ਨਹੀਂ, ਇਸ ਤੋਂ ਉੱਪਰ ਹੋਰ ਕੋਈ ਕਰਮ ਨਹੀਂ ਹੈ ਜਗ ਆਦਿਕ ਕਿਰਿਆ ਕਰਨੀ। ਜੇ ਘਰ ਹੋਦਾ ਮੰਗਣ ਜਾਈਐ, ਕਿਉਂਕਿ ਜੇ ਘਰ ਵਿੱਚ ਹੁੰਦਿਆਂ ਮੰਗਣ ਜਾਈਏ ਦੂਸਰੇ ਘਰਾਂ ਵਿੱਚ, ਫਿਰ ਉਲਾਮਾ ਮਿਲੈ ਤਹੀ, ਉੱਥੋਂ ਫਿਰ ਮੋੜਵਾ ਲਾਮਾ ਹੀ ਮਿਲਦਾ। ਕਹਿੰਦੇ ਇਹਨੂੰ ਸ਼ਰਮ ਨਹੀਂ ਆਉਂਦੀ ਆ, ਘਰ ਵਿੱਚ ਹੀ ਚੀਜ਼ ਲੱਗੀ ਹੋਈ ਤੇ ਸਾਡੇ ਘਰੋਂ ਮੰਗਣ ਆ ਗਿਆ ਹੈ, ਉਹ ਫਿਰ ਲੋਕ ਲਾਮੇ ਮਾਰਦੇ ਆ। ਇਸੇ ਤਰ੍ਹਾਂ ਜੇਕਰ ਹੁੰਦਾ ਮੰਗਣ ਜਾਈਏ, ਅਜੇ ਜਿਹੜੀ ਹੈ ਨਾ ਸਤਿਗੁਰੂ ਜੀ ਦੀ ਸਾਧ ਸੰਗਤ, ਇਹਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਭਾਵ ਭਗਤੀ ਹੈ, ਸਾਰੇ ਪਦਾਰਥ ਹੈ, ਸਭ ਦਾਤਾਂ ਹਨ ਸੰਗਤ ਵਿੱਚ, ਸਾਧ ਸੰਗਤ ਰੂਪੀ ਘਰ ਵਿੱਚ। ਜੇ ਇਹ ਘਰ ਵਿੱਚ ਹੁੰਦਿਆਂ ਬਾਹਰ ਦੇਵੀ ਦੇਵਤਾ ਪਾਸੋਂ ਮੰਗਣ ਜਾਈਏ, ਫਿਰ ਉਲਾਮਾ ਮਿਲੈ ਤਹੀ, ਉਸ ਨੂੰ ਫਿਰ ਉਲਾਮਾ ਹੀ ਮਿਲਦਾ ਦੇਵੀ ਦੇਵਤਿਆਂ ਵੱਲੋਂ ਵੀ ਗੁਰੂ ਤੁਹਾਡੇ ਐਸੇ ਮਹਾਨ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਤੂੰ ਕਿੱਥੇ ਤੁਰਿਆ ਫਿਰਦਾ ਹੈ, ਕੀ ਤੂੰ ਲੱਭਦਾ ਫਿਰਦਾ ਇੱਥੇ ਗੁਰੂ ਪੂਰਿਆਂ ਨੂੰ ਛੱਡ ਕੇ। ਇਸੇ ਤਰ੍ਹਾਂ ਜੇਕਰ ਹੁੰਦਾ ਮੰਗਣ ਜਾਈਏ, ਜੇ ਆ ਜਿਹੜਾ ਕਲਯੁਗ ਰੂਪੀ ਘਰ ਹੈ, ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮੁਖਤਾਈ ਹੈ। ਕਲਯੁਗ ਵਿੱਚ ਨਾਮ ਹੀ ਹੈ ਮਹਾਨ, ਅਬ ਕਲੂ ਆਏ ਔਰ ਇੱਕ ਨਾਮ ਬੋਵਹੁ ਅਰ ਰੂਤ ਨਾਹੀ ਮਤ ਭਰਮ ਭੂਲਹੁ। ਨਾਮ ਦੀ ਮਹਿਮਾ ਹੈ ਕਲਯੁਗ ਦੇ ਵਿੱਚ, ਮੁਖਤਾਈ ਹੈ। ਤੇ ਜੇ ਕਲਯੁਗ ਰੂਪੀ ਘਰ ਵਿੱਚ ਨਾਮ ਨੂੰ ਮੁਖਤਾ, ਨਾਮ ਦੀ ਵਡਿਆਈ ਛੱਡ ਕੇ ਤੇ ਆ ਜਗ ਜੁਗ ਕਰਨ ਚਲੇ ਜਾਈਏ, ਤੇ ਜਗ ਜੁਗ ਕਰਕੇ ਦੇਵਤਿਆਂ ਪਾਸੋਂ ਮੰਗਣ ਲਈ ਜਾਈਏ, ਫਿਰ ਉਲਾਮਾ ਮਿਲੇ ਤਹੀਂ। ਉੱਥੇ ਧਰਮਰਾਜ ਦੀ ਦਰਗਾਹ ਵਿੱਚ ਉਲਾਮੇ ਮਿਲਦੇ ਹਨ। ਉਹ ਧਰਮਰਾਜਾ ਇਹ ਗੱਲ ਕਹਿੰਦਾ ਵੀ ਉਹ ਮੂਰਖਾ, ਤੂੰ ਨਾਮ ਨੂੰ ਛੱਡ ਕੇ ਕਿਹੜੇ ਜੱਗਾਂ 'ਚ ਪੈ ਗਿਆ ਤੂੰ। ਨਾਮ ਮਹਾਨ ਸੀ ਕਲਯੁਗ ਵਿੱਚ, ਨਾਮ ਵਾਲਿਆਂ ਦਾ ਛੁਟਕਾਰਾ ਹੈ, ਤੇ ਉਹ ਤੂੰ ਜਪਿਆ ਕੋਈ ਨਹੀਂ ਹੈ, ਹੁਣ ਤੇਰਾ ਦੱਸ ਕੀ ਕਰੀਏ ਇੱਥੇ। ਫਿਰ ਉਹਨੂੰ ਲਾਮੇ ਮਿਲਦੇ ਤੇ ਸਜ਼ਾ ਮਿਲਦੀਆਂ। ਜੇਕਰ ਹੁੰਦਾ ਮੰਗਣ ਜਾਈਏ, ਜੇ ਆ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸਭ ਕੁਝ ਹੈਗਾ ਹੀ ਹੈ, ਇੱਥੇ ਘਰ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਤੇ ਆ ਪੀਰਾਂ ਫਕੀਰਾਂ ਦੀਆਂ ਦੇਗਾਂ ਚੂਰਨੇ ਦੇ ਕੇ ਮੰਗਣ ਜਾਈਏ ਨਾ, ਵੀ ਉੱਥੋਂ ਸਭ ਕੁਝ ਮਿਲ ਜਾਣਾ। ਫਿਰ ਉਲਾਮਾ ਮਿਲੇ ਤਾਂ ਹੀ ਉੱਥੋਂ ਉਹ ਅਗਲੇ ਬੰਨੇ ਜਾ ਕੇ ਉਹਨਾਂ ਨੂੰ ਲਾਮੇ ਮਿਲਣੇ ਆ ਵੀ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੜਾਵਾਂ ਤੇ ਸਾਡੇ ਉੱਥੇ ਮੱਕੇ ਮਦੀਨੇ ਵਿੱਚ ਪਈਆਂ ਹੋਈਆਂ ਸੀ, ਤੇ ਤੁਸੀਂ ਕਿਹਨੂੰ ਮੰਨਦੇ ਫਿਰਦੇ ਹੋ? ਪੂਰੇ ਗੁਰੂ ਨੂੰ ਛੱਡ ਕੇ ਕਿੱਥੇ ਤੁਸੀਂ ਤੁਰੇ ਫਿਰਦੇ ਸੀ? ਇਸ ਤਰ੍ਹਾਂ ਉਹ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਸਾਧ ਸੰਗਤ ਰੂਪੀ ਘਰ ਛੱਡ ਕੇ ਮੰਗਣ ਜਾਂਦੇ, ਹੋਰਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਪਾਸੋਂ ਉਹਨਾਂ ਨੂੰ ਲਾਮੇ ਮਿਲਦੇ ਹੈ। ਇਹ ਗੁਰੂ ਸਾਹਿਬ ਜੀ ਨੇ ਕਲਯੁਗ ਦੇ ਜਿਹੜੇ ਹੈ ਲੱਛਣ ਦੱਸੇ ਹੈ ਵੀ ਜਿਹੜਾ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਹੈ ਉਹਦੀ ਲੋਕ ਬਦਨਾਮੀ ਕਰਦੇ, ਉਹਨੂੰ ਭੰਡਦੇ ਹੈ, ਉਹਦੇ ਪਿੱਛੇ ਗੱਲਾਂ ਕਰਦੇ ਹੈ, ਕਦੀ ਕਿਤੇ ਖਲੋ ਜਾਂਦੇ, ਕਦੀ ਕਿਤੇ ਖਲੋ ਜਾਂਦੇ। ਫਿਰ ਉਹ
ਸਾਹਮਣੇ ਸਾਹਮਣੇ ਉਹਨਾਂ ਕਹਿਣਾ ਆਓ ਬਾਬਾ ਜੀ, ਆਓ ਸੰਤ ਜੀ। ਜਦੋਂ ਉੱਠ ਕੇ ਚਲਾ ਗਿਆ ਤੇ ਮਗਰੋਂ ਲੱਗ ਪੈਣਾ ਉਹਦੀਆਂ ਗੱਲਾਂ ਕਰਨੀ। ਐਵੇਂ ਜਿਹੜਾ ਨਾਮ ਲੈਂਦਾ ਉਹਦੀ ਬਦਨਾਮੀ ਹੈ। ਅਤੇ ਜਿਹੜਾ ਕੋਈ ਕਰਦਾ ਨਾ ਧੀਂਗਾ ਜੋਰੀ, ਧੱਕੇਸ਼ਾਹੀ, ਧੱਕੇ ਨਾਲ ਝੂਠੇ ਕੇਸ ਜੇ ਬਣਾ ਕੇ ਥਾਣੇ 'ਚ ਸੁੱਟ ਦਿੰਦੇ ਆ ਬਿਨਾਂ ਵਜ੍ਹਾ ਹੀ, ਉਹ ਮੰਨੇ ਜਾਂਦੇ ਆ। ਉਹਨਾਂ ਨੂੰ ਬਹਿ ਜਾ ਖਲੋ ਜਾ ਕਹਿੰਦੇ ਆਓ ਸਾਹਿਬ ਜੀ ਬੈਠੋ, ਤੁਹਾਡੇ ਬਿਨਾਂ ਅਸੀਂ ਕਾਹਦੇ ਹਾਂ। ਇਹ ਮਹਾਰਾਜ ਕਹਿੰਦੇ ਇਹ ਕੱਲ ਲੱਖਣ ਵਿਚਾਰ ਹੈ ਭਾਈ, ਕਲਯੁਗ ਦੇ ਲੱਛਣ ਵਿਚਾਰ ਲਓ। ਜਿੱਥੇ ਧੱਕਾ ਹੋ ਰਿਹਾ ਤੇ ਉਹਨੂੰ ਲੋਕ ਮੰਨ ਰਹੇ ਆ, ਤੇ ਉੱਥੇ ਸਮਝ ਲਓ ਕਲਯੁਗ ਹੀ ਆ ਗਿਆ ਹੈ, ਕਲਯੁਗ ਹੈ। ਇਸ ਕਰਕੇ ਕਲਯੁਗ ਵਿੱਚ ਨਾਮ ਦੀ ਮਹਾਨਤਾ, ਨਾਮ ਨੂੰ ਜਪਣਾ ਕਰੋ, ਜਿਸ ਕਰਕੇ ਤੁਹਾਡਾ ਸਾਰਿਆਂ ਦਾ ਭਾਈ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਦਾ ਹੈ। ਇੱਥੇ ਜੋ ਮਥੁਰਾ ਵਿੱਚ ਬ੍ਰਿਜ ਭੂਮੀ ਹੈ, ਜਿੱਥੇ ਕ੍ਰਿਸ਼ਨ ਭਗਵਾਨ ਜੀ ਨੇ ਬਾਲ ਲੀਲਾ ਕੀਤੀ, ਉੱਥੇ ਲੋਕ ਇਹੋ ਜਿਹੇ ਪਖੰਡ ਕਰ ਰਹੇ ਸੀ ਵੀ ਹੁਣ ਕ੍ਰਿਸ਼ਨ ਜੀ ਦੀ ਉਹ ਬਰਾਬਰੀ ਤੇ ਕਰ ਨਹੀਂ ਸਕਦੇ, ਉਹ ਕੁਝ ਕਰ ਤੇ ਸਕਦੇ ਨਾ, ਉਹ ਕਮਾਈ ਹੈ। ਅਤੇ ਐਵੇਂ ਲੋਕ ਪਖੰਡ ਕਰ ਰਹੇ ਸੀ ਵੀ ਕੋਈ ਕ੍ਰਿਸ਼ਨ ਬਣ ਜਾਂਦਾ ਸੀ, ਕੋਈ ਰਾਧਾ ਬਣ ਜਾਂਦੀ ਸੀ, ਅਤੇ ਉਹ ਫਿਰ ਕੇਲ ਕਰੀੜਾ ਕਾਮ ਦੀਆਂ ਕਰਦੇ ਸਨ। ਐ ਨਿਸੰਗ ਪ੍ਰਤੱਖ ਹੋ ਕੇ ਕਾਮੀ ਲੋਕ ਉਹਨਾਂ ਨੂੰ ਵੇਖ ਵੇਖ ਤੇ ਆਪ ਵੀ ਕਾਮੀ ਹੋ ਰਹੇ ਸੀ। ਇਹਨਾਂ ਲੋਕਾਂ ਦੀ ਮਾੜੀ ਹਾਲਤ ਵੇਖ ਕੇ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਵੀ ਸੂਰਜ ਅਤੇ ਤਾਰੇ, ਚੰਦਰਮਾ ਸਾਰੇ ਉਹੀ ਚੜ੍ਹ ਰਹੇ ਜਿਹੜੇ ਸਤਿਯੁਗ ਵਿੱਚ ਚੜ੍ਹ ਰਹੇ ਸੀ। ਉਹ ਕੁਝ ਹੋ ਰਿਹਾ, ਰਾਤ ਵੀ ਹੋਈ ਹੈ, ਦਿਨ ਵੀ ਹੋਈ ਹੈ, ਧਰਤੀ ਵੀ ਹਵਾ ਵੀ ਹੋਈ ਹੈ। ਪਰ ਕਲਯੁਗ ਦੇ ਜਿਹੜੇ ਜੀਵ ਹੈ ਇਹ ਤਾਂ ਐਸੇ ਹੈ ਵੀ ਇਹਨਾਂ ਵਿੱਚ ਐਸਾ ਘਰ ਕਰ ਗਿਆ ਕਲਯੁਗ, ਐ ਉਲਟੇ ਹੋਏ ਪਏ, ਧੱਕੇਸ਼ਾਹੀਆਂ ਦਾ ਜ਼ੋਰ ਚਾੜਿਆ ਹੋਇਆ। ਇਸ ਤਰ੍ਹਾਂ ਗੁਰੂ ਸਿੰਘ ਜੀ ਨੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਉਹ ਆਪਾਂ ਕਥਾ ਵਿਚਾਰ ਸਰਵਣ ਕੀਤੀ ਹੈ। ਅੱਗੇ ਜਿਵੇਂ ਪ੍ਰਸੰਗ ਵਿੱਚ ਕਥਾ ਆਏਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ, ਵਿਚਾਰਾਂ ਦੀ ਸਮਾਪਤੀ ਹੈ। ਨਾਨਕ ਨਾਮ ਮਿਲੈ ਵਡਿਆਈ, ਏਦੂ ਉਪਰ ਕਰਮ ਨਹੀਂ। ਜੇ ਘਰ ਹੋਦਾ ਮੰਗਣ ਜਾਈਐ, ਫਿਰ ਉਲਾਮਾ ਮਿਲੈ ਤਾਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ